ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 18 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹਾਂ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ ਵਾਲੇ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਰੋਡ ਐਂਡ ਰੋਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਆਫਟਰ ਮਾਰਕੀਟ ਅਤੇ ਹਾਈ ਕੁਆਲਿਟੀ OEM ਪਾਰਟਸ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ, ਪਹਿਲਾਂ ਟਰੱਕਿੰਗ ਇੰਡਸਟਰੀ 'ਚ ਕੀ ਚੱਲ ਰਿਹਾ ਹੈਗਾ ਲੋਡ ਵਾਈਜ਼ ਜਾਂ ਹੋਰ, ਉਹ ਡਿਸਕਸ ਕਰਦੇ ਹਾਂ। ਉਹ ਤੋਂ ਬਾਅਦ ਆਪਾਂ ਕੁਝ ਕੁ ਖਬਰਾਂ ਜਿਹੜੀਆਂ ਟਰੱਕਿੰਗ ਨਾਲ ਰਿਲੇਟਡ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਜੀ ਬਿਲਕੁਲ ਜੀ। ਜਿਹੜਾ ਆਪਣਾ ਟਰੱਕਿੰਗ ਦੇ ਵਿੱਚ ਹੈਗਾ ਆ, ਕਾਫੀ ਇਸ ਵੇਲੇ ਵੋਲਿਊਮ ਘੱਟ ਹੈਗੀ ਆ ਲੋਡ ਦੀ, ਜਿਹੜਾ ਯੂਜ਼ਅਲ ਇਸ ਟਾਈਮ ਤੇ ਹੁੰਦਾ ਆ। ਹੁਣੇ ਹੀ ਮੇਰੀ ਇੱਕ ਮੇਜਰ ਕੈਰੀਅਰ ਦੇ ਨਾਲ ਜਿਹੜਾ ਆਪਣਾ ਬ੍ਰੋਕਰ ਦੇ ਨਾਲ ਗੱਲ ਹੋ ਰਹੀ ਸੀਗੀ, ਤੇ ਬ੍ਰੋਕਰ ਵੀ ਆ, ਟਰੱਕਿੰਗ ਕੰਪਨੀ ਵੀ ਆ ਕਾਫੀ ਵੱਡੀ, ਤੇ ਉਹਦੇ ਨਾਲ ਗੱਲ ਹੋ ਰਹੀ ਸੀ। ਉਹ ਵੀ ਇਹੋ ਹੀ ਚੀਜ਼ ਕਰ ਰਹੇ ਸੀ। ਕੋਈ ਵੀ ਕਸਟਮਰ ਜਿਹੜਾ ਉਹਨੂੰ ਕਾਲ ਕਰਦੇ ਹੈਗੇ ਤਾਂ ਕਸਟਮਰ ਕੋਲ ਡਿਮਾਂਡ ਨਹੀਂ ਹੈਗੀ ਕਿ ਉਹ ਪਰਚੇਸ ਡਿਮਾਂਡ ਨਹੀਂ ਹੈਗੀ। ਸੋ ਲੋਡ ਦੀ ਵੋਲਿਊਮ ਬਹੁਤ ਜ਼ਿਆਦਾ ਘੱਟ ਰਹੀ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਆ ਡੈਫੀਨੇਟਲੀ। ਪਰ ਇਹਦੇ ਵਿੱਚ ਕੀ ਕਹਿੰਦੇ ਹੁੰਦੇ ਆ ਕਿ ਆਹ ਜਿਹੜਾ ਟਾਈਮ ਹੈਗਾ, ਇਸ ਟਾਈਮ ਤੇ ਯੂਜ਼ਲੀ ਜਿਹੜੀ ਆ ਡਿਮਾਂਡ ਜਿਹੜੀ ਆ ਉਹ ਘੱਟ ਹੁੰਦੀ ਆ, ਸੇਲਸ ਜਿਹੜੀਆਂ ਘੱਟ ਹੁੰਦੀਆਂ ਆ। ਸੋ ਜਿਹੜੀ ਇੰਡਸਟਰੀ ਹੈਗੀ ਆ, ਉਹ ਕਹਿੰਦੇ ਨਾ ਵੀ ਛੋਟਾ ਛੋਟਾ ਇਫੈਕਟ ਹਰ ਇੱਕ ਪਾਸਿਓਂ ਪੈ ਜਾਂਦਾ ਆ। ਜੇ ਡਿਮਾਂਡ ਘਟੀ ਆ ਉੱਧਰੋਂ ਪੈ ਗਿਆ, ਰੈਡ ਸੀ ਦੀ ਇਸ਼ੂ ਸ਼ੁਰੂ ਹੋ ਗਏ, ਇੱਧਰੋਂ ਪੈਨਾਮਾ ਕਨਾਲ ਦੇ ਥਰੂ 8-9% ਫਰੇਟ ਘੱਟ ਗਿਆ। ਸੋ ਹਰ ਇੱਕ ਚੀਜ਼ ਹਰ ਇੱਕ ਪਾਸਿਓਂ ਘੱਟ ਰਿਹਾ ਜਿਹੜਾ ਹੈਗਾ ਚੀਜ਼ ਆ। ਉਹਦੇ ਕਰਕੇ ਫਿਰ ਜਿਹੜਾ ਅਸਰ ਹੈਗਾ ਟਰੱਕਿੰਗ ਤੇ ਡੈਫੀਨੇਟਲੀ ਕਾਫੀ ਜ਼ਿਆਦਾ ਹੈਗਾ। ਐਨੀਵੇ ਅਸਰ ਤਾਂ ਪਹਿਲਾਂ ਹੀ ਬਹੁਤ ਸੀਗਾ, ਜਿਹੜਾ ਕਿ ਆਪਾਂ ਪਿਛਲੇ ਸਾਲ ਤੋਂ ਦੇਖਦੇ ਆ ਰਹੇ ਹਾਂ ਕਿ ਅਸਰ ਕਿੰਨਾ ਜ਼ਿਆਦਾ ਹੈਗਾ। ਸੋ ਉਹਦੇ ਨਾਲ ਨਾਲ ਹੁਣ ਜਿਹੜਾ ਸਲੋਅਸਟ ਟਾਈਮ ਹੁੰਦਾ ਆ, ਉਹਦੇ ਵਿੱਚ ਇਫੈਕਟ ਜਿਹੜਾ ਥੋੜ੍ਹਾ ਜ਼ਿਆਦਾ ਮਹਿਸੂਸ ਹੁੰਦਾ। ਸੋ ਆਸ ਇਹੋ ਵੀ ਕਰਦੇ ਹਾਂ ਕਿ ਜਿਹੜਾ ਆਉਣ ਵਾਲਾ ਜਿਹੜਾ ਨੈਕਸਟ ਕੁਆਰਟਰ ਹੈਗਾ, ਉਹਦੇ ਵਿੱਚ ਜਿਹੜੀ ਆਪਣੀ ਕੈਲੀਫੋਰਨੀਆ ਪ੍ਰੋਡਿਊਸ ਹੈਗਾ, ਜੇ ਉਹ ਪਿਕਅਪ ਕਰ ਜਾਂਦਾ ਆ ਤੇ ਡੈਫੀਨੇਟਲੀ ਜਿਹੜੀ ਆ ਉਹ ਆਸ ਦੀ ਕਿਰਨ ਹੈਗੀ ਆ। ਅਦਰਵਾਈਜ਼ ਜੇ ਆਪਣਾ ਵੈਦਰ ਲਾਸਟ ਈਅਰ ਵਾਂਗੂ ਥੋੜਾ ਐਕਸਟੈਂਡ ਹੋ ਜਾਂਦਾ ਆ ਤਾਂ ਫਿਰ ਡੈਫੀਨੇਟਲੀ ਇਸ਼ੂਜ਼ ਜਿਹੜੇ ਆ ਕਾਫੀ ਵੱਧ ਜਾਣਗੇ ਜੀ। ਤੇ ਜਿਹੜਾ ਹੁਣ ਵਿੰਟਰ ਸਟਾਰਮ ਆਇਆ ਆ, ਕਾਫੀ ਜ਼ਿਆਦਾ ਹਾਲਾਤ ਮਾੜੇ ਆ ਜਿਹੜੇ ਮਿਡ ਵੈਸਟ ਤੋਂ ਲੈ ਕੇ ਈਸਟ ਕੋਸਟ ਵਾਲੇ ਪਾਸੇ, ਕੀ ਇਹਦੇ ਨਾਲ ਵੀ ਸਪਲਾਈ ਚੇਨ ਦੇ ਉੱਤੇ ਅਸਰ ਪੈ ਰਿਹਾ? ਨਹੀਂ, ਅਸਰ ਤਾਂ ਪੈਂਦਾ ਆ, ਪਰ ਇਹ ਨੋਰਮਲ ਹੈਗਾ ਉੱਧਰ। ਇੱਧਰ ਇਹ ਚੀਜ਼ਾਂ ਨੋਰਮਲ ਆ, ਠੀਕ ਹੈ ਨਾ। ਹੁਣ ਇਹ ਚੀਜ਼ਾਂ ਨੋਰਮਲ ਆ। ਆਪਾਂ ਕੈਲੀਫੋਰਨੀਆ ਦੀ ਗੱਲ ਜੇ ਕਰਦੇ ਹਾਂ, ਕੈਲੀਫੋਰਨੀਆ ਕਿਉਂਕਿ ਮੇਜਰ ਫੈਕਟਰ ਹੈਗਾ ਕੈਲੀਫੋਰਨੀਆ ਦਾ ਜਿਹੜਾ ਪ੍ਰੋਡਿਊਸ ਆ ਚੱਲਣਾ ਅਪ੍ਰੈਲ ਦੇ ਵਿੱਚ, ਮਾਰਚ ਮਿਡ ਤੇ ਅਪ੍ਰੈਲ ਦੇ ਵਿੱਚ ਚੱਲਣਾ ਹੈ ਨਾ। ਹੁਣ ਲਾਸਟ ਈਅਰ ਜਿੱਦਾਂ ਐਕਸਟੈਂਡ ਹੋ ਗਈ ਸੀ, ਮੀਂਹ ਐਕਸਟੈਂਡ ਹੋ ਗਏ ਸੀ, ਹੜ੍ਹ ਆ ਗਏ ਸੀ, ਕਈ ਕੁਛ ਹੋ ਗਿਆ ਸੀਗਾ ਹੈ ਨਾ। ਸੋ ਉਹਦੇ ਨਾਲ ਕੀ ਹੋਇਆ ਸੀਗਾ ਕਿ ਇੱਕ ਫਸਲ ਜਿਹੜੀ ਅੱਗੇ ਪੈ ਗਈ ਸੀ, ਇੱਕ ਫਸਲ ਖਰਾਬ ਹੋ ਗਈ। ਸਲੀਨੀਅਸ ਵਿੱਚ 1 ਲੱਖ ਏਕੜ ਦੇ ਕਰੀਬ ਜਿਹੜਾ ਕੰਟੈਮੀਨੇਟ ਹੋ ਗਿਆ। ਸੋ ਉਹ ਜਿਹੜੀ ਚੀਜ਼ ਸੀਗੀ ਉਹਨੇ ਸਾਰਾ ਕੁਛ ਅੱਗੇ ਪੁਸ਼ ਕਰਤਾ।
ਸੋ ਉਹੋ ਹੀ ਜ਼ਿਆਦੀ ਸਨੋ ਪਈ ਸੀਗੀ, ਜ਼ਿਆਦੀ ਸਨੋ ਪੈਣ ਨਾਲ ਬਰਫ਼ ਜ਼ਿਆਦੀ ਪਈ ਸੀ, ਉਹ ਪਿਘਲ ਕੇ ਗਰਮੀਆਂ ਦੇ ਵਿੱਚ ਬਰਫ਼ ਜ਼ਿਆਦੀ ਥੱਲੇ ਆਈ, ਉਹਦੇ ਨਾਲ ਜਿਹੜਾ ਵੈਲੀ ਦੇ ਵਿੱਚ ਜਿਹੜਾ ਪ੍ਰੋਡਿਊਸ ਆ ਉਹ 'ਤੇ ਅਸਰ ਪਿਆ। ਸੋ ਉਹ ਅਲਟੀਮੇਟ ਅਸਰ ਜਿਹੜਾ ਆ ਓਵਰਆਲ ਸਾਰਾ ਸਾਲ ਚੱਲਦਾ ਰਹਿੰਦਾ। ਸੋ ਇਸ ਕਰਕੇ ਡੈਫੀਨੇਟਲੀ ਆਪਾਂ ਨੂੰ ਕੈਲੀਫੋਰਨੀਆ ਵਿੱਚ ਮੀਂਹ ਦੀ ਤਾਂ ਲੋੜ ਹੈਗੀ ਆ, ਮੀਂਹ ਤਾਂ ਆਪਾਂ ਨੂੰ ਚਾਹੀਦਾ ਹੀ ਚਾਹੀਦਾ। ਪਰ ਇਹ ਆ ਵੀ ਜਦੋਂ ਮੀਂਹ ਜਿਹੜਾ ਆ ਉਹ ਐਕਸਟੈਂਡ ਕਰ ਜਾਂਦਾ ਹੈ, ਜ਼ਿਆਦਾ ਲੰਮਾ ਚੱਲ ਜਾਂਦਾ ਹੈ, ਜਾਂ ਆਪਣਾ ਜੇ ਕਹਿੰਦੇ ਆਪਣੀ ਵਿੰਟਰ ਸੀਜ਼ਨ 'ਚ ਜ਼ਿਆਦਾ ਚੱਲ ਜਾਂਦਾ ਹੈ, ਤਾਂ ਜਿਹੜੀ ਉਹ ਅਸਰ ਕਰਦਾ ਆ ਖੇਤੀਬਾੜੀ 'ਤੇ, ਉਹਦਾ ਜਿਹੜਾ ਅਸਰ ਆ ਉਹ ਫਿਰ ਸਾਰਾ ਸਾਲ ਦੇ ਦੇਖਣ ਨੂੰ ਮਿਲਦਾ ਆ। ਸੋ ਇਸ ਕਰਕੇ ਆਸ ਕਰਦੇ ਹਾਂ ਕਿ ਗੁੱਡ ਸੀਜ਼ਨ ਰਹੇ ਮੀਂਹ ਦਾ, ਪਰ ਐਕਸਟੈਂਡ ਨਾ ਹੋਵੇ ਉਹਨਾਂ ਜਿੰਨਾ ਲਾਸਟ ਈਅਰ ਹੋ ਗਿਆ ਸੀ। ਜੀ ਜੀ ਬਿਲਕੁਲ। ਸ਼ੈਵਰਨ ਵਾਲਿਆਂ ਨੇ ਕਿਹਾ ਕੱਲ ਪਰਸੋਂ ਦੇ ਵਿੱਚ ਵੀ ਉਹਨਾਂ ਨੇ ਉੱਥੋਂ ਘੱਲਣੇ ਨਹੀਂ ਆ ਤੇਲ ਨੂੰ ਲੈ ਕੇ, ਉਸ ਦਾ ਅਸਰ ਡੀਜ਼ਲ ਦੀਆਂ ਪ੍ਰਾਈਸਾਂ ਦੇ ਉੱਤੇ ਵੀ ਪਵੇਗਾ? ਦੇਖੋ ਇਹ ਇੱਕ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ। ਮੈਂ ਕਹਿੰਦਾ ਕੱਲ ਮੇਰੀ ਇੱਕ ਕਾਫੀ ਮੇਨ ਟਰੱਕਿੰਗ ਕੰਪਨੀ ਹੈਗੀ, ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਦੇ ਮੇਨ ਬੰਦਿਆਂ ਨਾਲ, ਤੇ ਉਹ ਵੀ ਇਹੋ ਹੀ ਗੱਲ ਤੇ ਚਿੰਤਾ ਕਰ ਰਹੇ ਸੀਗੇ ਕਿ ਜੇ ਇਸ ਟਾਈਮ ਤੇ ਹੁਣ ਰਾਈਟ ਨਾਓ, ਕਿਉਂਕਿ ਹੁਣ ਰਾਈਟ ਨਾਓ ਮਤਲਬ ਕਿ ਰੇਟ ਵੀ ਘੱਟ ਆ, ਲੋਡ ਵੀ ਘੱਟ ਆ, ਪਰ ਇਸ ਵੇਲੇ ਫਿਊਲ ਦੀ ਪ੍ਰਾਈਸਿਸ ਥੋੜ੍ਹੀਆਂ ਜਿਹੀਆਂ ਠੀਕ ਆ, ਫੇਵਰੇਬਲ ਹੈਗੀਆਂ। ਜੇ ਆਹ ਸਿਚੁਏਸ਼ਨ ਜਿਹੜੀ ਰੈਡ ਸੀ ਦੇ ਵਿੱਚ ਹੋਈ ਆ ਜਾਂ ਕੋਈ ਵੀ ਸਿਚੁਏਸ਼ਨ ਉੱਧਰ ਹੁੰਦੀ ਆ, ਇਹਦੇ ਨਾਲ ਜੇ ਤੁਸੀਂ ਤੁਹਾਡਾ ਜਿਹੜਾ ਆ ਇਸ਼ੂ ਖੜਾ ਹੋ ਜਾਂਦਾ ਬਹੁਤ ਵੱਡਾ ਇਹਦਾ ਆਪਣਾ ਪ੍ਰਾਈਸਿਸ ਦਾ, ਡੀਜ਼ਲ ਪ੍ਰਾਈਸਿਸ, ਜੇ ਡੀਜ਼ਲ ਪ੍ਰਾਈਸਿਸ ਹੁਣ ਉੱਪਰ ਜਾਣ ਲੱਗ ਗਈਆਂ ਦੈਨ ਇਟਸ ਗੋਇੰ ਬੀ ਡੈਵਸਟੇਟਿੰਗ। ਫਿਰ ਇਹ ਬਹੁਤ ਜ਼ਿਆਦਾ ਵੱਡਾ ਅਸਰ ਪੈ ਸਕਦਾ, ਕਿਉਂਕਿ ਹੁਣ ਡੀਜ਼ਲ ਪ੍ਰਾਈਸਿਸ ਘੱਟ ਹੋਣ ਕਰਕੇ ਮਾਰਜਨ ਜਿਹੜਾ ਥੋੜਾ ਬਹੁਤ ਹੈਗਾ। ਪਰ ਜੇ ਤੁਹਾਡਾ ਉਹੀ ਤੁਹਾਡਾ ਅਪ ਜਾਣ ਲੱਗ ਗਿਆ, ਉਹੀ ਤੁਹਾਡੀਆਂ ਡੀਜ਼ਲ ਪ੍ਰਾਈਸਿਸ ਅਪ ਜਾਣ ਲੱਗ ਗਈਆਂ, ਤੇ ਫਿਰ ਜਿਹੜਾ ਬਾਟਮ ਐਂਡ ਆ ਉਹ ਬਿਲਕੁਲ ਡਾਊਨ ਜੇ ਡ੍ਰੌਪ ਹੁੰਦਾ ਤਾਂ ਡੈਫੀਨੇਟਲੀ ਇਟਸ ਕੈਨ ਬੀ ਵੈਰੀ ਡੈਵਸਟੇਟਿੰਗ। ਜੀ। ਸੋ ਬਹੁਤ ਸਾਰੇ ਜਿਹੜੀਆਂ ਕੰਪਨੀਆਂ ਜਾਂ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਜਿਹੜੀ ਉਹ ਦਿੱਕਤ ਆ ਸਕਦੀ ਆ ਜੇ ਡੀਜ਼ਲ ਦੀਆਂ ਪ੍ਰਾਈਸਿਸ ਹੋਰ ਦੁਬਾਰਾ ਜਿਹੜੀਆਂ ਉਹ ਵੱਧ ਜਾਂਦੀਆਂ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਰਮਨ ਜੀ ਜਿਹੜੀ ਆਈ ਸੀ, ਜਿਹੜੇ ਪਾਇਲਟ ਫਲਾਈਂਗ ਜੇ ਆ, ਉਹਨਾਂ ਨੂੰ ਵਾਰਨ ਬਫੇ ਨੇ ਹੁਣ ਪੂਰਨ ਤੌਰ ਦੇ ਉੱਤੇ ਖਰੀਦ ਲਿਆ ਆ। ਜਿਹੜੀ ਹੈਸਲੈਮ ਫੈਮਿਲੀ, ਉਹਨਾਂ ਨੇ ਆਪਣਾ 20% ਸਟੇਕ ਵੀ ਜਿਹੜਾ ਰਹਿ ਗਿਆ ਸੀਗਾ ਉਹ ਵੇਚ ਦਿੱਤਾ ਆ। ਪਾਇਲਟ ਫਲਾਈਂਗ ਜੇ ਨੂੰ ਲੈ ਕੇ ਕਿੱਦਾਂ ਆ? ਲੋਕ ਕਾਫੀ ਚਰਚਿਤ ਆ ਇਹ ਜਿਹੜਾ ਆ, ਕਾਫੀ ਟਰੱਕਰਸ ਉੱਤੇ ਰੁਕਦੇ ਆ। ਇਹ 2017 ਤੋਂ ਚੱਲ ਰਿਹਾ ਸੀ ਉਹਨਾਂ ਦਾ, ਜਿਹੜਾ 17 ਤੋਂ ਉਹਨਾਂ ਦੀ ਜਿਹੜੀ ਸਿਸਟਮ ਚੱਲ ਰਿਹਾ ਸੀਗਾ। 2017 ਦੇ ਵਿੱਚ ਬਰਕਸ਼ਾਇਰ ਨੇ 38.6% ਸਟੇਕ ਜਿਹੜੀ ਆ ਉਹ ਪਾਇਲਟ 'ਚ ਖਰੀਦੀ ਸੀਗੀ, ਜਿਹੜੀ ਕਿ ਉਦੋਂ ਦਾ ਜਿਹੜਾ ਸੋਲਡ ਕੀਤਾ ਸੀਗਾ 2.76 ਬਿਲੀਅਨ ਦਾ ਕੀਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਐਡੀਸ਼ਨਲ ਜਿਹੜੀ ਸਟੇਕ ਸੀਗੀ 41.4% ਜਿਹੜੀ ਉਹਨਾਂ ਨੇ ਲਈ ਸੀਗੀ। ਸੋ ਉਹ ਜਿਹੜੀ ਆ ਉਹਨੇ ਮਿਲਾ ਕੇ 80% ਸਟੇਕ ਹੋ ਗਈ। ਜਿਹੜੀ ਸੈਕੰਡ ਸਟੇਕ ਉਹਨਾਂ ਨੇ 41.4 ਲਈ ਸੀ, ਉਹ 8.2 ਬਿਲੀਅਨ 'ਚ ਲਈ ਸੀਗੀ। ਤੇ ਫਾਈਨਲ ਜਿਹੜਾ ਹੁਣ ਹੈਗਾ ਆ ਅਪਰੋਕਸੀਮੇਟਲੀ ਜਿਹੜੀ ਲਾਸਟ 20% ਸੀਗਾ ਉਹ ਸੋਲਡ ਹੋਇਆ ਹੁਣ। ਸੋ ਉਹਦੀ ਪ੍ਰਾਈਸ ਨਹੀਂ ਰਿਵੀਲ ਕੀਤੀ ਅਜੇ ਤੱਕ, ਸੋ ਟੋਟਲ ਪ੍ਰਾਈਸ ਨਹੀਂ ਆਪਾਂ ਨੂੰ ਪਤਾ ਕਿ ਕਿੰਨੀ ਹੈਗੀ ਆ। ਪਰ ਡੈਫੀਨੇਟਲੀ ਜਿਹੜਾ ਪਾਇਲਟ ਫਲਾਈਂਗ ਜੇ ਹੈਗਾ ਆ ਉਹ ਫਾਈਨਲੀ ਜਿਹੜਾ ਹੱਥ ਹੋਏ ਆ ਆਪਣੇ ਜਿਹੜੇ ਉਹਦੇ CEO ਹੈਗੇ ਆ, ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਦੇ ਹੱਥਾਂ ਦੇ ਵਿੱਚ ਚਲਾ ਗਿਆ ਹੁਣ। ਸੋ ਹੋਪਫੁਲੀ ਵਾਰਨ ਬਫੇਟ ਹੁਣੀ ਜਿਹੜੇ ਆ ਇਹਨੂੰ, ਕਿਉਂਕਿ ਇਹਦੇ 'ਚ ਕਾਫੀ ਪਿਛਲੇ 4-5 ਸਾਲਾਂ ਤੋਂ ਜਿਹੜਾ ਪਾਇਲਟ ਫਲਾਈਂਗ ਜਿਹਦੇ ਵਿੱਚ ਚੱਲ ਰਿਹਾ ਸੀਗਾ, ਪ੍ਰੋਬਲਮ ਜਿਹੜੀ ਫਰਾਡ ਦੀ ਚੱਲ ਰਹੀ ਸੀ, ਕਈ ਕੁਛ ਚੱਲ ਰਿਹਾ ਸੀਗਾ। ਸੋ ਉਹਨੂੰ ਲੈ ਕੇ ਇਹਨੂੰ ਕਾਫੀ ਚਿੰਤਾਵਾਂ ਸੀਗੀਆਂ। ਪਰ 65 ਸਾਲ ਪਹਿਲਾਂ ਇੱਕ ਗੈਸ ਸਟੇਸ਼ਨ ਤੋਂ ਸ਼ੁਰੂ ਕੀਤਾ ਸੀਗਾ ਪਾਇਲਟ ਫਲਾਈਂਗ ਦੇ ਵਾਲਿਆਂ ਨੇ। ਸੋ ਅਸਲਮ ਫੈਮਿਲੀ ਜਿਹੜੀ ਆ, ਪਰ ਹੁਣ ਜਿਹੜਾ ਆ ਉਹ ਟੋਟਲੀ 100% ਜਿਹੜਾ ਆ ਉਹ ਬਖਸ਼ਾ ਹਾਫ ਵੇਚਿਆ ਹੈਗਾ ਜੀ। ਤੇ ਅੱਜ ਇੱਕ ਇੰਪੋਰਟੈਂਟ ਖਬਰ ਜ਼ਰੂਰ ਸਾਂਝੀ ਕਰਨੀ ਆ। ਫਿਰ ਬਹੁਤ ਵਾਰ ਸਾਡੇ ਸਰੋਤੇ ਕਹਿੰਦੇ ਰਹਿੰਦੇ ਆ ਵੀ ਜੀ ਇਹ ਡਰਾਉਂਦੇ ਰਹਿੰਦੇ ਆ। ਇਹ ਨਾ ਆਪਣੇ ਰਮਨ ਜੀ, ਮੈਂ ਦੇਖਿਆ ਵੀ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੀ ਕੋਈ ਵੀ ਤੁਸੀਂ ਕਿਸੇ ਵੀ ਬਿਜ਼ਨਸ 'ਚ ਆ, ਮੈਂ ਇੰਸ਼ੋਰੈਂਸ ਬਿਜ਼ਨਸ 'ਚ ਆ, ਸਾਡੀਆਂ ਕਲਾਸਾਂ ਹੁੰਦੀਆਂ ਹਰ ਸਾਲ, ਸਾਨੂੰ ਕੰਟੀਨਿਊ ਐਜੂਕੇਸ਼ਨ ਲੈਣੀ ਪੈਂਦੀ ਆ ਕੀ ਕੁਝ ਇੰਡਸਟਰੀ 'ਚ ਵਾਪਰ ਰਿਹਾ ਆ। ਰੀਅਲ ਸਟੇਟ ਵਾਲਿਆਂ ਨੂੰ ਕੰਟੀਨਿਊ ਐਜੂਕੇਸ਼ਨ ਲੈਣੀ ਪੈਂਦੀ ਆ, ਨਰਸਿੰਗ ਵਾਲੇ ਲੈ ਲਓ, ਡਾਕਟਰ ਲੈ ਲਓ, ਹਰ ਫੀਲਡ 'ਚ ਹੁੰਦੀ ਆ। ਟਰੱਕਿੰਗ ਦਾ ਹੁਣ ਮੈਨੂੰ ਪਤਾ ਨਹੀਂ ਵੀ ਉਹਦੇ 'ਚ ਅਪਡੇਟ ਜਾਂ ਕੀ ਕੁਝ ਵਾਪਰ ਰਿਹਾ, ਪਤਾ ਹੀ ਨਹੀਂ ਹੁੰਦਾ। ਆਪਾਂ ਸਾਰੇ ਟਿਕਟੌਕ ਤੇ ਲੱਗੇ ਰਹਿੰਦੇ ਆ।
ਉਹਦੇ ਤਾਂ ਅੱਜ ਸ਼ੁਰੂ ਕਰਨ ਲੱਗਿਆ ਵੀ ਕੋਈ ਐਜੂਕੇਸ਼ਨ ਨਹੀਂ ਹੁੰਦੀ। ਜਦੋਂ ਇੱਕ ਵਾਰ ਲਾਇਸੈਂਸ ਲੈ ਲਿਆ ਉਹ ਤੋਂ ਬਾਅਦ ਦੀ ਗੱਲ ਮੈਂ ਕਰਦਾ। ਲਾਇਸੈਂਸ ਤਾਂ ਚਲੋ ਕਾਰ ਦਾ ਵੀ ਲੈਣਾ ਹੁੰਦਾ ਆ, ਲਾਇਸੈਂਸ ਤਾਂ ਉਹ ਵੀ ਪੜ੍ਹ ਕੇ ਲਈਦਾ ਆ, ਪਰ ਬਿਜ਼ਨਸ ਦੇ ਵਿੱਚ, ਟਰੱਕਿੰਗ ਬਿਜ਼ਨਸ ਦੇ ਵਿੱਚ ਜਾਣ ਦੇ ਲਈ ਕੋਈ ਐਜੂਕੇਸ਼ਨ ਨਹੀਂ ਹੈਗੀ, ਕੋਈ ਸਟਾਰਟਅਪ ਐਜੂਕੇਸ਼ਨ ਨਹੀਂ ਹੈਗੀ, ਕੋਈ ਸਰਟੀਫਿਕੇਸ਼ਨ ਨਹੀਂ ਹੈਗੀ, ਕੋਈ ਕੰਟੀਨਿਊਸ ਐਜੂਕੇਸ਼ਨ ਨਹੀਂ ਹੈਗੀ, ਕੋਈ ਅਵੇਅਰਨੈਸ ਜਿਹੜੀ ਗਵਰਨਮੈਂਟ ਵੱਲੋਂ ਜਾਂ ਕਹਿ ਲਓ ਵੀ ਜਿਹੜੀ ਰਿਕੁਆਇਰਡ ਹੈਗੀ ਆ। ਆਈ ਡੋਂਟ ਥਿੰਕ ਸੋ ਕਿ ਕੋਈ ਐਸਾ ਸਿਸਟਮ ਹੈਗਾ ਜਿਹਦੇ ਵਿੱਚ ਕਿ ਜਿਹੜੇ ਟਰੱਕਰਸ ਹੈਗੇ ਆ ਉਹ ਉਹਦਾ ਐਡਵਾਂਟੇਜ ਲੈ ਸਕਣ ਜਾਂ ਕਰ ਸਕਣ। ਆਈ ਡੋਂਟ ਥਿੰਕ ਸੋ। ਮੈਨੂੰ ਪੁੱਛ ਕੇ, ਤੈਨੂੰ ਪੁੱਛ ਕੇ ਉਹ ਵਾਲੀ ਡੀਲ ਹੈਗੀ ਸਰ ਜੀ। ਸੋ ਮੈਨੂੰ ਨਹੀਂ ਲੱਗਦਾ ਵੀ ਕੱਲ ਜਿਹੜੀ ਆ ਇੱਕ ਹਾਊਸ ਟਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਜਿਹੜੀ ਕਮੇਟੀ ਆ ਉਹਦੇ ਸਾਹਮਣੇ ਜਿਹੜੀ ਹੀਅਰਿੰਗ ਹੋਈ ਆ ਟਰੱਕਿੰਗ ਨਾਲ ਰਿਲੇਟਡ ਬਹੁਤ ਵੱਡਾ ਇਸ਼ੂ ਸੀ। ਮੈਨੂੰ ਨਹੀਂ ਲੱਗਦਾ ਵੀ ਜੇ 1% ਵੀ ਆਪਣੇ ਪੰਜਾਬੀਆਂ ਨੂੰ ਉਹਦੇ ਬਾਰੇ ਪਤਾ ਹੋਵੇ। ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹਦੀ ਜਿਹੜੀ ਲਿਮਿਟ ਆ 750,000 ਤੋਂ $5 ਮਿਲੀਅਨ ਵਧਾਉਣ ਦੀ ਜਿਹੜੀ ਗੱਲ ਚੱਲ ਰਹੀ ਹੈਗੀ ਆ। 566% ਮੋਟਰ ਕੈਰੀਅਰ ਦੀ ਜਿਹੜੀ ਮਿਨੀਮਮ ਲਾਇਬਿਲਿਟੀ ਇੰਸ਼ੋਰੈਂਸ ਆ ਉਹ ਵੱਧ ਜਾਣੀ ਹੈਗੀ ਆ। ਹੁਣ ਤੁਸੀਂ ਹਿਸਾਬ ਲਾ ਲਓ ਕਿ ਟਰੱਕਾਂ ਦੀ ਇੰਸ਼ੋਰੈਂਸ ਕਿੰਨੀ ਆ 1 ਮਿਲੀਅਨ ਤੇ ਜਾਂ 750,000 ਤੇ ਜੇ 5 ਟਾਈਮ ਮੋਰ ਵੱਧ ਗਈ ਤੁਹਾਡੀ ਜਿਹੜੀ ਲਾਇਬਿਲਿਟੀ ਇੰਸ਼ੋਰੈਂਸ ਤੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਸਮਾਲ ਟਰੱਕਰਸ ਆ, ਉਹਨਾਂ ਦਾ ਜਿਹੜਾ ਪ੍ਰੀਮੀਅਮ ਆ ਕਿੱਥੇ ਜਾਊਗਾ, ਇੱਥੋਂ ਤੁਸੀਂ ਅੰਦਾਜ਼ਾ ਲਾ ਲਿਓ। ਸੋ ਇੱਕ ਯੂਐਸ ਦੇ ਕਾਂਗਰਸ ਦੇ ਵਿੱਚ ਰਿਪਰੈਜ਼ੈਂਟੇਟਿਵ ਮਾਈਕ ਕਾਲਿਨਸ ਹੈਗੇ ਆ ਰਿਪਬਲਿਕਨ ਜਾਰਜੀਆ ਤੋਂ, ਉਹਨਾਂ ਦਾ ਖੁਦ ਦਾ ਹੀ ਟਰੱਕਿੰਗ ਦਾ ਬਿਜ਼ਨਸ ਆ। ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਇਹਦਾ ਵਿਰੋਧ ਕੀਤਾ ਹੈਗਾ, ਕਹਿੰਦੇ ਵੀ ਇਹ ਤਾਂ ਆਲਰੇਡੀ ਜਿਹੜਾ ਸਮਾਲ ਬਿਜ਼ਨਸ ਆ ਤੁਸੀਂ ਉਹਨੂੰ ਮਾਰਨ ਲੱਗੇ ਹੋ ਹੈਗੇ ਆ, ਪਹਿਲੇ ਹੀ ਜਿਹੜੇ ਇੰਸ਼ੋਰੈਂਸ ਦੇ ਰੇਟਸ ਇੰਨੇ ਹੈਗੇ ਆ। ਪਰ ਅਲਟੀਮੇਟਲੀ ਕੀ ਹੋਣਾ ਆ, ਜਿਸ ਹਿਸਾਬ ਦੇ ਨਾਲ ਸਿਚੁਏਸ਼ਨ ਚੱਲ ਰਹੀ ਹੈ ਮੈਨੂੰ ਲੱਗਦਾ ਪਾਸ ਹੋ ਜਾਣਾ। ਇਹ ਬਹੁਤ ਚਿਰਾਂ ਦਾ ਰੌਲਾ ਪੈ ਰਿਹਾ, ਇੱਕ ਵਾਰੀ ਫੇਰ ਇਹ ਜਿਹੜੀ ਗੱਲ ਆ ਉੱਪਰ ਆਈ ਹੈ। ਕੱਲ ਹੀਅਰਿੰਗ ਹੋਈ ਹੈਗੀ ਹੈ ਕਮੇਟੀ ਦੇ ਸਾਹਮਣੇ। ਜਿਹੜੀ ਓਏਡਾ ਹੈਗੀ ਆ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ, ਉਹ ਅਪੋਜ਼ ਕਰਦੀ ਆ ਇਸ ਨੂੰ ਇਨਕਰੀਜ਼ ਕਰਨ ਦੇ ਲਈ। ਪਰ ਜਿਹੜੇ ਇਹਦੇ ਹੱਕ ਵਾਲੇ ਆ ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਐਕਸੀਡੈਂਟ ਆ ਟਰੱਕਾਂ ਦੇ ਹੁੰਦੇ ਜਦੋਂ ਕਾਰ ਦੇ ਨਾਲ ਹੁੰਦਾ ਤੇ 750,000 ਨਥਿੰਗ ਆ। ਕਈ ਵਾਰ ਕਈ ਕਾਰ ਦੇ ਵਿੱਚ ਹੋ ਸਕਦਾ 3, 4 ਜਾਂ 5 ਬੰਦੇ ਵੀ ਹੋਣ ਜਿਨ੍ਹਾਂ ਦੀ ਜਿਹੜੀ ਮੌਤ ਹੋ ਜਾਏ। ਸੋ ਇਹ ਬਹੁਤ ਹੀ ਇੰਪੋਰਟੈਂਟ ਬਿੱਲ ਜਿਹੜਾ ਆ ਰਿਹਾ ਹੈਗਾ। ਹਾਊਸ ਟਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਕਮੇਟੀ ਨੇ ਹੀਅਰਿੰਗ ਕੀਤੀ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਵੀ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਰੇਟਸ ਵੱਧ ਜਾਣ, ਇੰਨੀ ਜ਼ਿਆਦਾ ਕਵਰੇਜ ਹੋਵੇ, ਘੱਟੋ ਘੱਟ ਤੁਸੀਂ ਆਪਣੇ ਕਾਂਗਰਸਮੈਨ ਜਾਂ ਆਪਣੇ ਸੈਨੇਟਰ ਨੂੰ ਕਾਲ ਕਰਕੇ ਇਹ ਤਾਂ ਦੱਸ ਸਕਦੇ ਆ ਵੀ ਠੀਕ ਆ ਜੇ ਤੁਸੀਂ ਵਧਾਣੀ ਵੀ ਆ ਤਾਂ ਵੀ ਇੰਸ਼ੋਰੈਂਸ ਦੇ ਜਿਹੜੇ ਰੇਟਸ ਆ ਉਹਨਾਂ ਤੇ ਵੀ ਕੁਛ ਨਾ ਕੁਛ ਕੰਟਰੋਲ ਕੀਤਾ ਜਾਵੇ। ਵੀ ਅਸੀਂ ਤਾਂ ਟੋਟਲੀ ਆਊਟ ਹੋ ਜਾਵਾਂਗੇ। ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਨੇ ਜਾਂ ਤਾਂ ਰਿਟੈਂਸ਼ਨ ਗਰੁੱਪ ਆਪਣੇ ਬਣਾਏ ਆ ਜਾਂ ਸੈਲਫ ਇੰਸ਼ੋਰਡ ਹੈਗੀਆਂ। ਸੋ ਉਹਨਾਂ ਨੂੰ ਇੰਨਾ ਫਰਕ ਨਹੀਂ ਪੈਂਦਾ ਕਿਉਂਕਿ ਆਪਣੇ ਉਹਨਾਂ ਦੇ ਲਾਇਰ ਆ, ਸਾਰਾ ਕੁਝ ਹੈਗਾ। ਸੋ ਇਹਦੇ ਚ ਕੀ ਹੋਣਾ, ਜਿਹੜੇ ਛੋਟੇ ਬਿਜ਼ਨਸ ਆ ਜਿਨ੍ਹਾਂ ਦੇ ਇੱਕ ਟਰੱਕ ਆ, 2, 4, 5 ਆ, ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ। ਜੀ ਰਮਨ ਜੀ। ਬਿਲਕੁਲ ਜੀ, ਆਪਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ, ਸ਼ੁਰੂ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਜਿਹੜੀ ਅਵੇਅਰਨੈਸ ਹੈਗੀ ਆ, ਜਿਹੜੀ ਆਪਣੀ ਕੰਮ ਹੈਗਾ ਜਿਹੜਾ ਜੇ ਆਪਾਂ ਨਹੀਂ ਕਰਦੇ ਹੈਗੇ, ਟਾਈਮ ਨਾਲ ਨਹੀਂ ਦੇਖਦੇ ਹੈਗੇ, ਤੇ ਇਹ ਲਾਜ਼ ਜਿਹੜੇ ਆ ਨਾ ਸਾਡੇ ਕੋਲ ਹੁੰਦਾ ਹੀ ਸਾਡੇ ਨਾਲ ਇਹੋ ਆ ਕਿ ਇਹ ਸਾਰਾ ਕੁਝ ਚੱਲਦਾ ਰਹਿੰਦਾ, ਅਸੀਂ ਕੋਈ ਕੇਅਰ ਨਹੀਂ ਕਰਦੇ ਹੈਗੇ। ਤੇ ਉਦੋਂ ਜਦੋਂ ਫਿਰ ਲਾਅ ਬਣ ਜਾਂਦੇ ਆ, ਜਦੋਂ ਉਹ ਇੰਪਲੀਮੈਂਟ ਹੋ ਜਾਂਦੇ ਆ, ਤੇ ਫਿਰ ਅਸੀਂ ਉਹਦੇ ਬਾਰੇ ਦੇ ਵਿੱਚ ਸੋਚਣਾ ਸ਼ੁਰੂ ਕਰਦੇ ਵੀ ਹੁਣ ਤਾਂ ਉਹ ਤਾਂ ਇੰਪਲੀਮੈਂਟ ਹੋ ਗਿਆ, ਉਹਦੀ ਤਾਂ ਕੋਈ ਰੌਲਾ ਹੀ ਨਹੀਂ ਰਹਿ ਜਾਂਦਾ ਉਸ ਤੋਂ ਬਾਅਦ। ਫਿਰ ਆਪਾਂ ਨੂੰ ਪ੍ਰੋਟੈਸਟ ਕਰਨ ਦਾ, ਰੌਲਾ ਪਾਉਣ ਦਾ ਫਿਰ ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਹੀਂ ਹੈਗਾ ਇੱਥੇ। ਇਹਨਾਂ ਕੰਟਰੀਆਂ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਕੰਟਰੀਆਂ ਜੇ ਤੁਸੀਂ ਇਨੀਸ਼ੀਅਲ ਟਾਈਮ ਦੇ ਉੱਤੇ ਪਹਿਲੇ ਮੁੱਢੋਂ ਤੁਸੀਂ ਉੱਤੇ ਅਸਰ ਨਹੀਂ ਕਰਦੇ, ਉਹਦੇ ਤੇ ਨਹੀਂ ਬੈਠਦੇ, ਨਹੀਂ ਦੇਖਦੇ, ਤੇ ਫਿਰ ਉਹ ਚੀਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ। ਟਾਈਮ ਟੂ ਟਾਈਮ ਆਪਾਂ ਹਰ ਇੱਕ ਚੀਜ਼ ਜਿਹੜੀ ਆ ਉਹ ਹਾਈਲਾਈਟ ਕਰਦੇ ਰਹੀਦਾ ਕਿ ਆਹ ਚੀਜ਼ ਆ ਰਹੀ ਆ, ਆਹ ਚੀਜ਼ ਆ ਰਹੀ ਆ। ਔਰ ਮੇਰੇ ਖਿਆਲ ਦੇ ਵਿੱਚ ਜੇ ਅਸੀਂ ਉਹ ਚੀਜ਼ਾਂ ਦਾ ਗੱਲ ਕਰਦੇ ਹਾਂ ਤਾਂ ਉਦੋਂ ਡੈਫੀਨੇਟਲੀ ਤੁਹਾਡੇ ਕਹਿਣ ਵਾਂਗੂ ਕਿ ਹਰ ਇੱਕ ਬੰਦਾ ਕਹਿੰਦਾ ਪਤਾ ਨਹੀਂ ਅਸੀਂ ਡਰਾਈ ਹੋ ਜਾਂਦੇ ਹਾਂ, ਪਤਾ ਨਹੀਂ ਅਸੀਂ ਹਮੇਸ਼ਾ ਹੀ ਇਸੇ ਚੀਜ਼ ਨੂੰ ਗੱਲ ਕਰਦੇ ਹਾਂ। ਪਰ ਅਸੀਂ, ਸਾਡਾ ਮਕਸਦ ਇਹੋ ਹੀ ਹੁੰਦਾ ਕਿ ਤੁਸੀਂ ਇਸ ਚੀਜ਼ ਨੂੰ ਸੁਣ ਕੇ ਅਵੇਅਰ ਹੋ ਤੇ ਆਪਾਂ ਜਿਹੜਾ ਆਪਣਾ ਰੋਡ ਮੈਪ ਹੈਗਾ ਉੱਤੇ ਚੱਲੀਏ, ਤਾਂ ਕਿ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਜਿੱਥੇ ਅਪੋਜ਼ ਕਰਨਾ ਅਪੋਜ਼ ਕਰੀਏ, ਜਿੱਥੇ ਇਹਨੂੰ ਇਹਦੇ ਹੱਕ 'ਚ ਖੜਨਾ ਹੱਕ 'ਚ ਖੜੇ ਹੋਈਏ। ਪਰ ਅਸੀਂ ਤਾਂ ਕਮੈਂਟ ਤੱਕ ਨਹੀਂ ਕਰ ਸਕਦੇ, ਅਸੀਂ ਏਡੇ ਦੂਜੇ ਕੰਮ ਕਿੱਥੋਂ ਸੋਚ ਲਾਂਗੇ ਕਰ ਲਏ ਜੀ। ਸੋ ਇਹ ਜਿਹੜਾ ਬਿੱਲ ਹੈਗਾ ਆ ਇਹਦੇ ਵਿੱਚ ਇੱਕ ਰਿਪਰੈਜ਼ੈਂਟੇਟਿਵ ਸੂਜ਼ ਚੂਈ ਗਰਸੀਆ ਕਰਕੇ ਹੈਗੇ ਆ, ਉਹਨਾਂ ਨੇ ਇੰਟਰੋਡਿਊਸ ਕੀਤਾ ਫੇਅਰ ਕੰਪਨਸੇਸ਼ਨ ਫॉर ਟਰੱਕ ਕ੍ਰੈਸ਼ ਵਿਕਟਮਸ ਐਕਟ, ਦਸੰਬਰ ਦੇ ਵਿੱਚ ਕੀਤਾ ਸੀ। ਸੋ ਇਸ ਬਿੱਲ ਦੇ ਨਾਲ ਜਿਹੜੀ ਤੁਹਾਡੀ ਲਾਇਬਿਲਿਟੀ ਇੰਸ਼ੋਰੈਂਸ ਆ ਮਿਨੀਮਮ ਰਾਈਟ ਨਾਓ 750,000 ਆ,
ਪਰ ਬਹੁਤ ਸਾਰੇ ਜਿਹੜੇ ਟਰੱਕਰਸ ਉਹਨਾਂ ਦੀ $1 ਮਿਲੀਅਨ ਹੁੰਦੀ ਆ ਉਹਨੂੰ ਇਨਕਰੀਜ਼ ਕਰਕੇ 5 ਮਿਲੀਅਨ ਤਾਈਂ ਕੀਤਾ ਜਾਊਗਾ। ਜਿਹੜੇ ਕਾਲਿਨਸ ਆ ਉਹ ਇਹ ਕਹਿ ਰਹੇ ਆ, ਮਾਈਕ ਕਾਲਿਨਸ, ਵੀ ਰਿਸਰਚ ਇਹ ਸ਼ੋ ਕਰ ਰਹੀ ਹੈ ਵੀ 91% ਜਿਹੜੇ ਕ੍ਰੈਸ਼ ਟਰੱਕ ਤੇ ਕਾਰਾਂ 'ਚ ਹੁੰਦੇ ਆ ਉਹਦੇ 'ਚ 4 ਵੀਲਰ ਦਾ ਫਾਲਟ ਹੁੰਦਾ ਹੈਗਾ ਆ। ਤੇ ਇਹ ਹੁਣ ਆਪਾਂ ਬਹੁਤ ਵਾਰ ਆਪਾਂ ਕੋਲ ਵੀ ਕਾਲਾਂ ਆਉਂਦੀਆਂ ਜੀ ਮੇਰਾ ਕਸੂਰ ਕੱਢ ਦਿੱਤਾ ਗਿਆ, ਸੋ ਉਹਦੇ 'ਚ ਸਾਡੀ ਕਈ ਵਾਰੀ ਪ੍ਰੋਬਲਮ ਕੀ ਹੁੰਦੀ, ਇੰਗਲਿਸ਼ ਦੀ ਪ੍ਰੋਬਲਮ ਆ ਜਾਂਦੀ ਆ, ਐਕਸਪਲੇਨ ਨਹੀਂ ਕਰ ਸਕਦੇ ਹੈਗੇ, ਪੁਲਿਸ ਰਿਪੋਰਟ ਉਸ ਹਿਸਾਬ ਦੇ ਨਾਲ ਹੋ ਜਾਂਦੀ ਆ। ਸੋ ਇਹ ਗੱਲ ਵੀ ਸਹੀ ਆ ਵੀ ਬਹੁਤ ਵਾਰ ਜਿਹੜੇ ਟਰੱਕਰਸ ਆ ਉਹਨਾਂ ਦਾ ਫਾਲਟ ਕੱਢਿਆ ਜਾਂਦਾ ਹੈ। ਇਹ ਹਮੇਸ਼ਾ ਦੇਖਿਆ ਗਿਆ। ਇਹਦੇ ਵਿੱਚ ਤਾਂ ਆਪਾਂ ਜਿਹੜਾ ਆ ਦੇਖੋ, ਮੈਂ ਬਹੁਤ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਬਹੁਤ ਚੀਜ਼ਾਂ ਜਿਹੜੀਆਂ ਉਹ ਪ੍ਰੋਬਲਮ ਹੈਗੀ ਆ। ਅਸੀਂ ਸਿਰਫ ਕਹਿੰਦੇ ਤਾਲੀ 2 ਹੱਥਾਂ ਨਾਲ ਵੱਜਦੀ ਆ, ਅਸੀਂ ਸਿਰਫ ਇੱਕ ਪਾਸੇ ਨੂੰ ਨਹੀਂ ਦੇ ਸਕਦੇ ਹੈਗੇ। ਡੈਫੀਨੇਟਲੀ 100% ਮੈਂ ਇਹ ਗੱਲ ਮੰਨਦਾ ਆ ਕਿ ਜਿਹੜੇ ਲਾਇਰਸ ਹੈਗੇ ਆ, ਵਕੀਲ ਹੈਗੇ ਆ, ਉਹ ਦੂਜੇ ਬੰਨੇ ਫਾਈਟ ਕਰ ਰਹੇ ਆ, ਉਹਨਾਂ ਦੀ ਲਾਬੀਇਸਟ ਤਕੜੀ ਹੈਗੀ ਆ। ਜੇ ਕੱਲ ਨੂੰ ਇੰਸ਼ੋਰੈਂਸ 5 ਮਿਲੀਅਨ ਦੀ ਹੁੰਦੀ ਹੈ, ਡੈਫੀਨੇਟਲੀ ਫਾਇਦਾ ਜਿਹੜਾ ਉਹ ਲਾਇਰ ਦਾ ਸਾਰਿਆਂ ਨਾਲੋਂ ਜ਼ਿਆਦਾ ਹੈਗਾ, ਠੀਕ ਹੈ। ਪਰ ਸਾਡੀ ਜਿਹੜੀ ਇੰਡਸਟਰੀ ਹੈਗੀ ਆ, ਅਸੀਂ ਜਿਹੜੀ ਸਾਈਡ ਤੇ ਅਸੀਂ ਬੈਠੇ ਦੇਖ ਰਹੇ ਹਾਂ, ਸਾਡੀ ਇੰਡਸਟਰੀ ਜਿਹੜੀ ਆ ਉਹ ਕਿੰਨੀਆਂ ਕੁ ਗਲਤੀਆਂ ਲਿਟਰਲੀ ਨੋਇੰਗਲੀ ਕਰਦੀ ਆ, ਜਿਹੜੀਆਂ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਇੰਸ਼ੋਰੈਂਸ ਆ ਵਧਾਉਣ ਦੇ ਵਿੱਚ ਹੈਲਪ ਕਰ ਰਹੀਆਂ। ਕਿੰਨੀਆਂ ਚੀਜ਼ਾਂ, ਮਤਲਬ ਕਿੰਨੀ ਵਾਰੀ ਕਾਲਸ ਸਾਨੂੰ ਆਉਂਦੀਆਂ ਆ ਜਿਹਦੇ ਵਿੱਚ ਕਿ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੇ ਮੇਰਾ ਕਲੇਮ ਡਿਨਾਈ ਕਰਤਾ। ਜਦੋਂ ਥੋੜੀ ਜਿਹੀ ਡੀਟੇਲ 'ਚ ਗੱਲ ਪੁੱਛੀ ਦੀ ਆ, ਫਿਰ ਹਾਂ ਨਹੀਂ ਭਾਜੀ ਉਹ ਫਿਰ ਡਰਾਈਵਰ ਪਾਇਆ ਨਹੀਂ ਸੀ, ਤੁਹਾਨੂੰ ਪਤਾ ਇੰਸ਼ੋਰੈਂਸ ਐਕਸੈਪਟ ਨਹੀਂ ਕਰਦੀ। ਮੈਂ ਕਿਹਾ ਸਰ ਵਾਟ ਯੂ ਆਰ ਲੁਕਿੰਗ ਫॉर, ਫਿਰ ਤੁਸੀਂ ਕਿਉਂ ਹੁਣ ਕੰਪਲੇਂਟ ਕਰ ਰਹੇ ਜੀ ਇੰਸ਼ੋਰੈਂਸ ਸਾਡਾ ਕਲੇਮ ਨਹੀਂ ਪੇ ਕਰ ਰਹੀ। ਇੰਸ਼ੋਰੈਂਸ ਨੇ ਜੋ ਤੁਹਾਨੂੰ ਕਿਹਾ ਤੁਸੀਂ ਮੰਨਿਆ ਨਹੀਂ ਪਹਿਲਾਂ, ਹੁਣ ਇੰਸ਼ੋਰੈਂਸ ਤੁਹਾਡਾ ਕਲੇਮ ਕਿਉਂ ਪੇ ਕਰੂਗੀ, ਠੀਕ ਹੈ ਨਾ। ਇਸ ਵੇਲੇ ਜਿਹੜਾ ਮਤਲਬ ਕਿ ਮੈਂ ਹੈਰਾਨ ਹੁੰਦਾ ਕਈ ਵਾਰੀ ਕਿ ਇੱਕ ਮਤਲਬ ਕਿ ਆਪਣੇ ਕੰਪਨੀ ਓਨਰ ਨੇ ਕਾਲ ਕੀਤੀ, 3 ਟਰੱਕ ਸੀ ਉਹਦੇ ਕੋਲ, 2021 ਦੇ ਵਿੱਚ ਲਾਇਸੈਂਸ ਲਿਆ, ਆਲਰੇਡੀ 3 ਟਰੱਕਸ ਆ, ਔਰ 2 ਟਰੱਕ ਤੇ ਟ੍ਰੇਲਰ ਟੋਟਲ ਹੋ ਚੁੱਕੇ ਆ, ਐਂਡ ਹੀ ਟਰਾਈਂਗ ਟੂ ਸੀ ਕਿ ਮੈਂ ਕਿੱਦਾਂ ਇਹ 'ਚੋਂ ਬਚ ਸਕਦਾ। ਮੈਂ ਕਿਹਾ ਵੀ 2021 'ਚ ਲਾਇਸੈਂਸ ਲੈ ਕੇ ਯਾਰ ਤੁਸੀਂ 3 ਟਰੱਕ ਵੀ ਕਰ ਲਏ, 2 ਟਰੱਕ ਟ੍ਰੇਲਰ ਟੋਟਲ ਹੋ ਗਏ, ਕੋਈ ਕਿਤੇ ਪਿਆ ਆ, ਕੋਈ ਕਿਤੇ ਪਿਆ। ਉਹ ਸੋਚਦੇ ਵੀ ਏਦਾਂ ਚੱਲ ਜਾਣਾ, ਕੰਮ ਹੋ ਜਾਣਾ, ਨਿਕਲ ਜਾਣਾ, ਇੱਦਾਂ ਕਿਤੇ ਨਾ ਕਿਤੇ ਇੱਧਰ ਉੱਧਰ ਕਰਕੇ ਕੱਢ ਦਿਆਂਗੇ। ਨਹੀਂ ਹੋਣਾ ਭਰਾ ਮੇਰਿਆ। ਇਹ ਜਿਹੜੀ ਚੀਜ਼ ਆ, ਇਹੋ ਹੀ ਸਾਡੀ ਜਿਹੜੇ ਵੱਡੇ ਲੈਵਲ ਤੇ ਜਿਹੜੀਆਂ ਗੱਲਾਂ ਹੋ ਰਹੀਆਂ ਨਾ, ਉਹ ਤਾਂ ਬਹੁਤ ਵੱਡੀਆਂ ਕਰਨੀਆਂ, ਜਿਹੜੀਆਂ ਆਪਾਂ ਜੋ ਭਾਜੀ ਕਾਂਗਰਸ ਦੀਆਂ ਗੱਲਾਂ ਕਰੇ। ਅਸੀਂ ਤਾਂ ਛੋਟੀਆਂ ਗੱਲਾਂ 'ਚ ਫੇਲ ਆ, ਅਸੀਂ ਤਾਂ ਨਿੱਕੇ ਕੰਮਾਂ ਦੇ ਵਿੱਚ ਫੇਲ ਆ। ਕਿ ਜਦੋਂ ਤੁਹਾਨੂੰ ਕਹੇ ਕਿਸੇ ਨੂੰ ਕਹਿ ਦਿਓ ਯਾਰ, ਹੁਣ ਤਾਂ ਇਹ ਪੁੱਛ ਕੇ ਦੇਖ ਲਓ ਵੀ ਭਾਈ ਕੋਈ ਓਨਰ ਆਪਰੇਟਰ, ਕੋਈ ਟਰੱਕਿੰਗ ਕੰਪਨੀ ਵਾਲਾ ਆਉਂਦਾ, ਆਪਣੀ ਡਰਾਈਵਰ ਫਾਈਲ ਤੁਹਾਡੀ ਕੰਪਲੀਟ ਆ, ਤੁਹਾਡੀ ਡਰਾਈਵਰ ਦੀ ਐਪਲੀਕੇਸ਼ਨ ਇਹ ਉਹ ਸਾਰਾ ਕੁਝ ਰਿਪੋਰਟਾਂ, ਉਹ ਕੀ ਹੁੰਦਾ, ਉਹ ਕਰਨੀ ਜ਼ਰੂਰੀ ਆ। ਮੇਰੀ ਕੰਪਨੀ ਤਾਂ ਮੇਰੀ ਆ, ਫਿਰ ਮੈਂ ਡਰਾਈਵਰ ਫਾਈਲ ਕਿਉਂ ਬਣਾਉਣੀ। ਕਾਲ ਕਰਕੇ ਇਹ ਚੀਜ਼ ਪੁੱਛਦੇ ਆ, ਅੱਛਾ ਭਾਜੀ ਡਰੱਗ ਟੈਸਟ ਬੰਦੇ ਦਾ ਕਰਾਉਣਾ ਸੀਗਾ। ਮੈਂ ਕਿਹਾ ਅੱਛਾ ਵੀ ਪ੍ਰੀ ਇੰਪਲੋਇਮੈਂਟ, ਨਹੀਂ ਉੱਦਾਂ ਤਾਂ ਉਹ ਲੋਡ ਲੈ ਕੇ ਗਿਆ ਆ। ਮੈਂ ਕਿਹਾ ਵੀ ਚੱਲ ਹੁਣ ਕੀ ਕਹੋਗੇ, ਕੀ ਕਰ ਸਕਦੇ ਹੋ ਤੁਸੀਂ। ਇਹੋ ਜਿਹੀਆਂ ਚੀਜ਼ਾਂ ਨੂੰ ਜਦੋਂ ਅਸੀਂ ਕਰਦੇ ਹਾਂ, ਇਹੋ ਜਿਹੇ ਕੰਮ ਜਦੋਂ ਕਰਦੇ ਹਾਂ, ਫਿਰ ਅਸੀਂ ਬਾਹਰ ਜਾ ਕੇ ਕਿੱਦਾਂ ਅਸੀਂ ਉਂਗਲ ਚੱਕ ਸਕਦੇ ਹਾਂ ਵੀ ਬਾਹਰਲੀ ਇੰਡਸਟਰੀ ਜਿਹੜੀ ਆ, ਇੰਸ਼ੋਰੈਂਸ ਵਾਲੇ ਸਾਨੂੰ ਨਾ ਜ਼ਿਆਦਾ ਪੈਸੇ ਪਾਉਣ, ਸਾਡਾ ਕਲੇਮ ਨਾ ਫੇਲ ਹੋਵੇ, ਜਦੋਂ ਅਸੀਂ ਕੋਈ ਕੰਮ ਸਹੀ ਕਰਦੇ ਹੀ ਨਹੀਂ। ਮਤਲਬ ਇਹ ਜਿਹੜੀ ਪ੍ਰੋਬਲਮ ਹੈ 80% ਕੰਪਨੀਆਂ ਦੀ ਪ੍ਰੋਬਲਮ ਹੈ, 80% ਕੰਪਨੀਆਂ 80 ਤੋਂ ਵੀ ਨੰਬਰ ਜ਼ਿਆਦਾ ਹੀ ਹੋਣਾ। ਸੋ ਜ਼ਿਆਦਾ ਹੀ ਹੋਊਗਾ। ਮੈਂ ਮਤਲਬ ਕਿ ਟੂ ਬੀ ਸੇਫ ਸਾਈਡ ਕਹਿ ਰਿਹਾ ਕਿ 80% ਕੰਪਨੀਆਂ ਘੱਟੋ ਘੱਟ ਠੀਕ ਆ, 20% ਕੰਪਨੀਆਂ 10% 15% ਕੰਪਨੀਆਂ ਜਿਹੜੀਆਂ ਉਹ ਸੇਫ ਚੱਲ ਰਹੀਆਂ, ਵਧੀਆ ਚੱਲ ਰਹੀਆਂ। ਪਰ ਉਹਨਾਂ ਦਾ ਪ੍ਰੋਬਲਮ ਕੀ ਆ, ਆਹ ਜਿਹੜੇ 80% ਖਰਾਬੀ ਕਰਦੇ ਉਹ 20% ਦਾ ਵੀ ਬੇੜਾ ਗਰਕ ਨਾਲ ਕਰੀ ਜਾਂਦੇ। ਰੇਟ ਤਾਂ ਉਹਨਾਂ ਦੇ ਵੀ ਵੱਧਦੇ ਆ, ਉਹਨਾਂ ਦੇ ਕਿਹੜੇ ਰੇਟ ਨਹੀਂ ਵੱਧਦੇ ਨਾਲ ਜੀ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, ਕਾਂਗਰਸਮੈਨ ਅਸੂਲ ਚੂਈ ਗਰਸੀਆ ਡੈਮੋਕ੍ਰੇਟ ਆ ਇਲੀਨੋਇਸ ਤੋਂ, ਹੈਂਕ ਜੌਨਸਨ ਡੈਮੋਕ੍ਰੇਟ ਜਾਰਜੀਆ ਤੋਂ ਆ। ਇਹ ਬਿੱਲ ਲੈ ਕੇ ਆਏ ਆ ਕਾਂਗਰਸ ਦੇ ਵਿੱਚ ਦਸੰਬਰ 22 ਨੂੰ, ਫੇਅਰ ਕੰਪਨਸੇਸ਼ਨ ਫॉर ਟਰੱਕ ਕ੍ਰੈਸ਼ ਵਿਕਟਮਸ ਐਕਟ। ਤੇ ਇਹਦੇ ਵਿੱਚ ਜਿਹੜੀ ਤੁਹਾਡੀ ਮਿਨੀਮਮ ਲਾਇਬਿਲਿਟੀ 750,000 ਟਰੱਕਰਸ ਦੀ, ਉਹਨੂੰ ਇਨਕਰੀਜ਼ ਕੀਤਾ ਜਾਊਗਾ 5 ਮਿਲੀਅਨ ਤਾਈਂ।
ਸੋ ਕੱਲ ਜਿਸ ਤਰ੍ਹਾਂ ਮੈਂ ਦੱਸਿਆ ਟਰਾਂਸਪੋਰਟੇਸ਼ਨ ਕਮੇਟੀ ਦੇ ਅੱਗੇ ਹੀਅਰਿੰਗ ਸੀ ਤੇ ਇੱਕ ਕਾਂਗਰਸਮੈਨ ਜਿਹਦੇ ਖੁਦ ਟਰੱਕਿੰਗ ਕੰਪਨੀ ਆ ਉਹਨੇ ਇਹਦਾ ਜਿਹੜਾ ਵਿਰੋਧ ਕੀਤਾ ਆ। ਪਰ ਇਹ ਵੀ ਮੈਂ ਦੱਸਦਾ ਜਾਵਾਂ ਜਿਹੜਾ ਬਿੱਲ ਆ ਇਸ ਨੂੰ ਜਿਹੜਾ ਕੋ ਸਪਾਂਸਰ ਕੀਤਾ ਆ ਜੈਰਡ ਹਾਫਮੈਨ, ਇਹ ਡੈਮੋਕ੍ਰੇਟ ਆ ਕੈਲੀਫੋਰਨੀਆ ਤੋਂ। ਜੇ ਤੁਹਾਡੇ ਏਰੀਏ ਦੇ ਵਿੱਚ ਹੈਗੇ ਉਹਨਾਂ ਨੂੰ ਕਾਲ ਕਰੋ। ਜੌਨ ਗਰਮੰਡੀ ਕੈਲੀਫੋਰਨੀਆ ਤੋਂ ਆ। ਜੌਨ ਗਰਮੰਡੀ ਸਿੱਖਾਂ ਦੇ ਬੜੇ ਫਰੈਂਡ ਹੈਗੇ ਆ, ਯੂਬਾ ਸਿਟੀ ਏਰੀਏ ਨੂੰ ਰਿਪਰੈਜ਼ੈਂਟ ਕਰਦੇ ਆ। ਸੋ ਜਿਹੜੇ ਵੀ ਸਾਡੇ ਸਰੋਤੇ ਉਸ ਏਰੀਏ 'ਚ ਰਹਿੰਦੇ ਆ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਐਡਰੀਆਨੋ ਐਸ ਪੈਲੈਟ ਇਹ ਡੈਮੋਕ੍ਰੇਟ ਨਿਊਯਾਰਕ ਤੋਂ ਆ ਤੇ ਸਟੀਵ ਕੋਹਨ ਇਹ ਡੈਮੋਕ੍ਰੇਟ ਟੈਨਸੀ ਤੋਂ ਹੈਗੇ ਆ। ਸੋ ਇਹ ਜੋ ਆ 7 ਕਾਂਗਰਸਮੈਨ ਇਸ ਬਿੱਲ ਨੂੰ ਲੈ ਕੇ ਆ ਰਹੇ ਆ। ਭਾਜੀ ਤੁਸੀਂ ਸਿੱਖਾਂ ਦੇ ਫਰੈਂਡ ਕਿਹਾ, ਉਹ ਤਾਂ ਇੱਕ ਵਾਰੀ ਆਣ ਕੇ ਗੁਰਦੁਆਰੇ ਸਤਿ ਸ੍ਰੀ ਅਕਾਲ ਕਹਿ ਕੇ ਹੱਥ ਜੋੜ ਕੇ ਬੋਲੇ ਸੋਨੀ ਹਾਲ ਕਰ ਦੇਣ ਤਾਂ ਸਾਡੇ ਸਾਰੇ ਵੋਟ ਪਾ ਦਿੰਦੇ ਉਹਨਾਂ ਨੂੰ। ਉਹ ਥੋੜੀ ਦੇਖਦੇ ਆ ਵੀ ਇਹਨੇ ਕੀ ਕੀਤਾ, ਸਾਡਾ ਬੇੜਾਗਰ ਕਿੱਥੇ ਕੀਤਾ ਇਹਨੇ। ਉਹ ਤਾਂ ਸਿਰਫ ਸਤਿ ਸ੍ਰੀ ਅਕਾਲ ਸੁਣਦੇ ਆ ਤੇ ਠੱਪਾ ਲਾ ਆਉਂਦੇ ਜਾ ਕੇ ਬਸ ਜੀ। ਤੇ ਇਹਦੇ ਵਿੱਚ ਇੱਕ ਦੂਸਰੇ ਐਂਗਲ ਤੋਂ ਜੇ ਗੱਲ ਹੋਵੇ ਰਮਨ ਜੀ, ਹਰਜੋਤ ਜੀ, ਵੀ ਜਿਸ ਤਰੀਕੇ ਦੇ ਨਾਲ ਜਦੋਂ ਹੁਣ ਐਕਸੀਡੈਂਟ ਵੱਧਦੇ ਆ, ਜਿਹੜੀ ਅਕਸਰ ਹੁਣ ਇਨਾਮ ਦਿੱਤਾ ਜਾਂਦਾ ਜਦੋਂ ਲਾ ਸੂਟ ਹੁੰਦਾ ਆ, ਉਹ ਮਲਟੀ ਮਿਲੀਅਨ ਡਾਲਰਸ ਦੇ ਵਿੱਚ ਜਾਂਦਾ ਆ। ਕੀ ਇਹ 5 ਮਿਲੀਅਨ ਕਰਨ ਦੇ ਨਾਲ ਇਹ ਕੰਪਨੀਆਂ ਨੂੰ ਇਸ ਚੀਜ਼ ਦੇ ਵਿੱਚ ਇਹ ਫਾਇਦਾ ਆ? ਇਹ ਹੁਣ 7.5 ਲੱਖ ਤਾਂ ਬਹੁਤ ਕਈ ਦਹਾਕੇ ਪੁਰਾਣੀ ਜਿਹੜੀ ਇੱਕ ਕੀਮਤ ਆ, ਹੁਣ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਵੀ ਹੋਈਆਂ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਵਧਿਆ ਆ। ਕੀ ਅਸਲ 'ਚ ਹਰਜੋਤ ਸਿੰਘ ਜੀ ਤੁਸੀਂ ਇੰਸ਼ੋਰੈਂਸ ਦੇ ਪੱਖ ਤੋਂ ਇਸ ਨੂੰ ਚੀਜ਼ ਨੂੰ ਜਿਹੜਾ ਜੇ ਦੇਖਿਆ ਜਾਵੇ ਤੇ ਕੀ ਇਹਨਾਂ ਦਾ ਇਹ ਵਧਾਉਣਾ, ਥੋੜਾ ਬਹੁਤਾ ਵਧਾਉਣਾ ਜਾਇਜ਼ ਸੀਗਾ ਜਾਂ ਇਹ ਬਹੁਤ ਜ਼ਿਆਦਾ ਆ, ਜਾਂ ਕਿ 7.5 ਲੱਖ ਅਜੇ ਵੀ ਠੀਕ ਹੀ ਸੀਗਾ? ਨਹੀਂ, ਮੇਰੇ ਹਿਸਾਬ ਨਾਲ ਘੱਟੋ ਘੱਟ 2 ਮਿਲੀਅਨ ਤਾਂ ਹੋਣੀ ਚਾਹੀਦੀ ਹੈ। ਪਰ ਚੱਕਰ ਇਹ ਆ ਵੀ ਸਾਰੇ ਕਾਸੇ ਦੇ ਪਿੱਛੇ ਹੈਗੇ ਕੌਣ ਆ? ਸਾਰੇ ਟਰਾਇਲ ਲਾਇਰਸ ਆ। ਵਕੀਲਾਂ ਨੂੰ ਅਲਟੀਮੇਟਲੀ ਜ਼ਿਆਦਾ ਫਾਇਦਾ ਹੋਣਾ। ਜੇ ਹੁਣ ਮੇਜਰ ਐਕਸੀਡੈਂਟ ਹੁੰਦਾ, ਕਿਸੇ ਦੀ ਡੈਥ ਹੁੰਦੀ, 5 ਮਿਲੀਅਨ ਡਾਲਰ ਹੋਊਗਾ, ਨਹੀਂ ਤਾਂ ਮੈਕਸੀਮਮ 1 ਮਿਲੀਅਨ ਹੋਣਾ ਸੀ। ਸੋ ਅਸੀਂ ਜਿਸ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਆ ਉਹ ਇਹ ਆ ਵੀ ਜਿਹੜੇ ਛੋਟੇ ਬਿਜ਼ਨਸ ਆ, ਆਪਣੇ ਜਿੰਨੇ ਵੀ ਪੰਜਾਬੀ ਆ 90% ਉਹ ਸਮਾਲ ਬਿਜ਼ਨਸ ਓਨਰਸ ਆ। ਕਿਸੇ ਦੇ 1 ਟਰੱਕ ਆ, 2, 3 ਜਾਂ 5, 10 ਤੋਂ ਘੱਟੇ ਹੀ ਆ। ਸੋ ਉਹਨਾਂ ਦੀ ਪ੍ਰੋਬਲਮ ਕੀ ਆ ਵੀ ਉਹਨਾਂ ਦੇ ਰੇਟ ਇੰਨੇ ਹਾਈ ਹੋ ਜਾਣੇ ਆ, ਉਹ ਤਾਂ ਪਹਿਲੇ ਰੋ ਰਹੇ ਆ ਵੀ ਸਾਡਾ ਜਿਹੜਾ ਟਰੱਕਿੰਗ ਦਾ ਬਿਜ਼ਨਸ ਦਾ ਭੱਠਾ ਵਹਿ ਗਿਆ। ਸੋ ਉਹ ਜਾਂ ਤਾਂ ਉਹਦੇ ਵਿੱਚ ਕੁਛ ਨਾ ਕੁਛ ਹੋਵੇ ਵੀ ਜਿਹੜੇ ਸਮਾਲ ਬਿਜ਼ਨਸ ਆ ਉਹਨਾਂ ਨੂੰ ਕੁਛ ਰਿਆਇਤ ਹੋਵੇ, ਜਾਂ ਕੁਛ ਨਾ ਕੁਛ ਤਾਂ ਕੀਤਾ ਜਾ ਸਕਦਾ ਹੈ ਨਾ। ਜਿਹੜੀਆਂ ਵੱਡੀਆਂ ਕੰਪਨੀਆਂ ਉਹ ਤਾਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਸੈਲਫ ਇੰਸ਼ੋਰਡ ਹੋ ਜਾਂਦੀਆਂ, ਜਾਂ ਰਿਟੈਂਸ਼ਨ ਗਰੁੱਪ ਬਣਾਏ ਹੋਆ ਉਹਨੀ ਆਪਣੇ, ਹਨਾ, ਉਹਨਾਂ ਨੂੰ ਸਟਿਲ ਏਡਾ ਫਰਕ ਨਹੀਂ ਪੈਂਦਾ। ਜਿਹੜਾ ਛੋਟਾ ਬਿਜ਼ਨਸ ਓਨਰ ਆ ਉਹਨੂੰ ਜ਼ਿਆਦਾ ਇਹਦਾ ਫਰਕ ਪੈਣਾ ਹੈ। ਤਾਂ ਕਰਕੇ ਆਪਾਂ ਜਿਹੜਾ ਇਹ ਡਿਸਕਸ ਕੀਤਾ ਹੈ। ਜੋਰ ਭਾਜੀ ਐਚਓ ਦੇ ਵਿੱਚ ਜਿਹੜੀ ਚੀਜ਼ ਆ ਦੇਖਣ ਵਾਲੀ ਇਹ ਆ ਕਿ ਜਿਹੜਾ ਇੰਸ਼ੋਰੈਂਸ ਡਾਟਾ ਸ਼ੋ ਕਰਦਾ ਹੈ ਨਾ, ਇੰਸ਼ੋਰੈਂਸ ਡਾਟਾ ਇਹ ਸ਼ੋ ਕਰਦਾ ਕਿ 99% ਆਫ ਦਾ ਕਲੇਮ ਜਿਹੜੇ ਆ ਉਹ ਸੈਟਲ ਹੋ ਜਾਂਦੇ ਆ ਅੰਡਰ 1 ਮਿਲੀਅਨ। ਠੀਕ ਹੈ ਨਾ? ਠੀਕ ਹੈ। 99% ਕਲੇਮ ਜਿਹੜੇ ਆ ਉਹ ਅੰਡਰ 1 ਮਿਲੀਅਨ ਸੈਟਲ ਹੁੰਦੇ ਆ। ਠੀਕ ਹੈ ਨਾ? ਇਹ ਸਿਰਫ 1% ਜਿਹੜੇ ਉੱਪਰਲੇ ਆ ਉਹਨਾਂ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ, ਪਰ ਇਹ 99% ਨੂੰ ਵੀ ਇਹਨੇ ਹਿੱਟ ਕਰਨਾ। ਠੀਕ ਹੈ ਨਾ? ਹਿੱਟ ਤਾਂ ਹਰ ਇੱਕ ਨੂੰ ਕਰਨਾ ਕਿਉਂਕਿ ਲਿਮਿਟ ਤਾਂ ਹਰ ਇੱਕ ਦੀ ਵਧਣੀ ਹੈ। ਔਰ ਉਹਦਾ ਜੇ ਦੇਖੋ ਪ੍ਰੋਬਲਮ ਇਹ ਆਉਂਦੀ ਆ ਜਦੋਂ ਤੁਹਾਡੀ ਇੰਸ਼ੋਰੈਂਸ ਦੀ ਕਵਰੇਜ ਘੱਟ ਆ ਤੇ ਤੁਹਾਨੂੰ ਵਕੀਲ ਵੀ ਤੁਹਾਡਾ ਕੇਸ ਨਹੀਂ ਲੈਂਦਾ ਵੀ ਨਹੀਂ ਮੈਨੂੰ ਕਿਹੜੇ ਇੰਨੇ ਪੈਸੇ ਬਣਨੇ ਆ। ਜਦੋਂ ਇੰਸ਼ੋਰੈਂਸ ਦੀ ਲਿਮਿਟ ਇੰਨੀ ਹੋ ਗਈ ਆਬਵੀਅਸਲੀ ਉਹਦੇ ਵਿੱਚ ਕੇਸ ਜਿਹੜੇ ਆ ਉਹ ਜ਼ਿਆਦਾ ਹੋਣਗੇ, ਵੱਧ ਜਾਣੀ ਆ। ਕਿਉਂਕਿ ਦੇਖੋ ਨਾ 1 ਮਿਲੀਅਨ ਦਾ 30% ਤੇ ਉੱਥੇ 5 ਮਿਲੀਅਨ ਦਾ 30% ਫਰਕ ਬਹੁਤ ਜੀ। ਸੋ ਮੈਨੂੰ ਇਹ ਲੱਗਦਾ ਆ ਮੇਰੇ ਐਕਸਪੀਰੀਅੰਸ ਤੋਂ ਵੀ ਜਿਹੜੇ ਓਨਰ ਆਪਰੇਟਰਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਐਲੀਮੀਨੇਸ਼ਨ ਹੋ ਸਕਦੀ ਆ ਜੇ ਇੰਨੇ ਜ਼ਿਆਦਾ ਜਿਹੜੇ ਪਹਿਲੇ ਹੁਣ 35 40 ਹਜ਼ਾਰ ਜੇ ਰੇਟ ਆ 5 ਮਿਲੀਅਨ ਤਾਂ ਹੀ ਹੋਗਾ। ਜੇ ਉਹ ਤੁਹਾਡਾ 70 ਹਜ਼ਾਰ ਡਾਲਰ ਤੇ ਪ੍ਰੀਮੀਅਮ ਚੱਲ ਗਿਆ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਸੀਂ ਕੀ ਬਚਾਓਗੇ, ਹਨਾ। ਭਾਜੀ ਤੁਸੀਂ ਇਹ ਸੋਚੋ ਨਾ ਵੀ ਸਾਡਾ ਓਨਰ ਆਪਰੇਟਰ ਜਿਹੜਾ ਬਹੁਤ ਤਕੜਾ ਆ, ਸਾਡਾ ਓਨਰ ਆਪਰੇਟਰ ਆਪਣੇ ਪੱਲਿਓਂ ਪੈਸੇ ਖਰਚ ਕੇ ਵੀ ਕਰ ਸਕਦਾ ਨਾ ਕੰਮ ਮੁੜ ਕੇ। ਏਦਾਂ ਥੋੜੀ ਆ ਅਸੀਂ ਤਕੜੇ ਇਸ ਕੰਮ ਨੂੰ, ਅਸੀਂ ਜਿਹੜੀਆਂ ਸਾਡੀਆਂ ਕੰਪਨੀਆਂ ਤਕੜੀਆਂ ਇਸ ਕੰਮ ਨੂੰ, ਉਹ ਮਤਲਬ ਅਸੀਂ ਲਾਅ ਦੇ ਵਿੱਚ ਰਹਿ ਕੇ ਨਹੀਂ ਕੰਮ ਕਰ ਸਕਦੇ। ਲਾਅ ਤੋੜ ਕੇ ਅਸੀਂ ਅਗਲੇ ਦਾ ਫਾਇਦਾ ਕਰ ਸਕਦੇ ਹਾਂ। ਅਸੀਂ ਲੌਗ ਬੁੱਕ ਦੂਜੀ ਲਾ ਕੇ ਆਪਣੀ ਸਿਹਤ ਦਾ ਬੇੜਾਗਰ ਕਰਕੇ ਦਿਨ ਰਾਤ ਜਾ ਕੇ ਅਸੀਂ ਘੱਟ ਪੈਸੇ 'ਚ ਲੋਡ ਲਾ ਸਕਦੇ। ਨਹੀਂ, ਉਹ ਵੀ ਗੱਲ ਠੀਕ ਆ ਰਮਨ ਜੀ, ਠੀਕ ਆ, ਸਾਡੇ 'ਚ ਵੀ ਕਈ ਗਲਤੀਆਂ ਕਰਦੇ ਆ, ਪਰ ਜਿਹੜੇ ਦੂਜੇ ਪਾਸੇ ਜਿਹੜੀ ਗਵਰਨਮੈਂਟ ਆ ਉਹਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਨਾ। ਜਿਹੜੇ ਨਿਊਕਲੀਅਰ ਵਰਡਿਕਟ ਜਿਹੜੇ ਵੱਡੇ ਜਿਹੜੇ ਹੁੰਦੇ ਆ ਉਹਦੇ ਤੇ ਵੀ ਕੈਪ ਲਾਉਣਾ ਚਾਹੀਦਾ ਵੀ ਭਾਈ ਇਹ ਤੋਂ ਵੱਧ ਨਹੀਂ ਹੈਗਾ। ਨਹੀਂ, ਪ੍ਰੋਬਲਮ ਇਹ ਹੈ ਨਾ ਅਸੀਂ ਕਿਸੇ ਨੂੰ ਹੋਲਡ ਅਕਾਊਂਟੇਬਲ ਕਰਦੇ ਹੀ ਨਹੀਂ।
ਅਸੀਂ ਕਿਸੇ ਨੂੰ ਅਕਾਊਂਟੇਬਲ ਹੋਲਡ ਕਰਾਂਗੇ, ਕਿਸੇ ਨੂੰ ਜੁਰਮ ਕਿਸੇ ਦਾ ਕਰਾਂਗੇ ਤਾਂ ਹੀ ਉਹਨੂੰ ਹੋਲਡ ਕਰਾਂਗੇ ਨਾ ਅਕਾਊਂਟੇਬਲ, ਤਾਂ ਹੀ ਗੱਲ ਆ ਨਾ। ਅਸੀਂ ਤਾਂ ਆਪ ਗਲਤ ਹੋ ਕੇ ਤੇ ਅਗਲੇ ਦਾ ਠੀਕ ਮੰਨ ਲੈਂਦੇ ਆ ਨਾ ਜੀ ਨਹੀਂ ਸਹੀ ਚੱਲਣਾ ਜ਼ਰੂਰੀ ਆ। ਜਿਹੜੀ ਚੀਜ਼ ਆ ਸਹੀ ਚੱਲਣਾ ਜਿਹੜਾ ਆ ਉਹ ਸਾਡੀ ਫਿਤਰਤ 'ਚ ਹੈ ਨਹੀਂ ਗਾ ਨਾ। ਸੋ ਅਸੀਂ ਇਹ ਚੀਜ਼ਾਂ ਸਾਡੇ ਪੱਲੇ ਨਹੀਂ ਪੈਣੀਆਂ। ਪ੍ਰੋਬਲਮ ਆ ਜਾਂਦੀ ਜਿੰਨਾ ਹੈ ਮਰਜ਼ੀ ਦੇਖੋ ਜਿੰਨੇ ਕੁ ਕਰਦੇ ਉਹਦੇ ਕਰਕੇ ਜਿਹੜੇ ਸਹੀ ਵੀ ਚੱਲ ਰਹੇ ਆ ਉਹਨਾਂ ਨੂੰ ਵੀ ਲੱਗਦਾ ਵੀ ਕਿਤੇ ਸਾਰਿਆਂ ਨੂੰ ਕਹੀ ਜਾਂਦੇ ਨੇ, ਉਹਨਾਂ ਨੂੰ ਨਹੀਂ ਆ। ਜਿਹੜੇ ਨਹੀਂ ਚੱਲ ਰਹੇ ਉਹਨਾਂ ਦੇ ਲਈ ਆ ਇਹ ਚੀਜ਼ ਜਿਹੜੀ ਹੁੰਦੀ ਆ। ਸੋ ਭਾਈ ਜੇ ਸਾਰੇ ਜਾਣੇ ਠੀਕ ਚੱਲੂਗੇ ਤਾਂ ਕਾਫੀ ਜਿਹੜੀਆਂ ਪ੍ਰੋਬਲਮਸ ਆ ਉਹ ਹੱਲ ਜਿਹੜਾ ਉਹਦਾ ਹੋ ਸਕਦਾ। ਇਹਦੇ 'ਚ ਇਹ ਵੀ ਆ ਵੀ ਚਲੋ ਆਪਾਂ ਰੇਡੀਓ ਤੇ ਕਿਸੇ ਪਾਰਟੀ ਦੀ ਸਾਈਡ ਨਹੀਂ ਲੈਂਦੇ। ਜਿੰਨੇ ਵੀ ਇਹ ਨਿਊਕਲੀਅਰ ਵਰਡਿਕਟਸ ਹੁੰਦੇ ਆ ਇਹਨਾਂ ਦੇ ਵਿੱਚ ਜਿਹੜੇ ਟ੍ਰਾਇਲ ਲਾਇਰਸ ਆ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਮਿਲਦੇ ਆ ਜਾਂ ਵੱਡੇ ਕਲੇਮ ਹੁੰਦੇ ਆ। ਹੁਣ ਤੁਸੀਂ ਦੇਖੋ ਵੀ ਜਿਹੜੇ ਰਿਪਰੈਜ਼ੈਂਟੇਟਿਵ ਜਿਨ੍ਹਾਂ ਦੇ ਮੈਂ ਸੱਤਾਂ ਦੇ ਨਾਂ ਲਏ ਆ, ਕਿਹੜੀਆਂ ਸਟੇਟਾਂ ਤੋਂ ਰਿਪਰੈਜ਼ੈਂਟ ਕਰ ਰਿਹਾ ਇਹ? ਇਲੀਨਾਇਸ ਤੋਂ ਕਰ ਰਿਹਾ ਆ, ਬਲੂ ਸਟੇਟ ਆ, ਕੈਲੀਫੋਰਨੀਆ ਆ, ਬਲੂ ਸਟੇਟ ਆ, ਨਿਊਯਾਰਕ ਆ, ਬਲੂ ਸਟੇਟ ਹੈਗੀ ਆ। ਸੋ ਇਹ ਫਰਕ ਤਾਂ ਹੈਗਾ ਆ, ਪਰ ਤੇ ਇਹ ਵੀ ਅਨਫੋਰਚੂਨੇਟ ਪਾਰਟ ਆ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਉਹ ਸੋਚਦੇ ਆ ਵੀ ਟਰੱਕਿੰਗ ਇੰਡਸਟਰੀ 'ਚ ਬਹੁਤ ਪੈਸੇ ਆ, ਜਦ ਕਿ ਰਿਐਲਿਟੀ ਇਹ ਆ ਵੀ ਉਹ ਬਹੁਤ ਹੀ ਜਿਹੜੇ ਕਹਿੰਦੇ ਥਿਨੈਸਟ ਮਾਰਜਨ ਦੇ ਉੱਤੇ ਆਪਰੇਟ ਕਰਦੇ ਆ। ਜੀ ਬਿਲਕੁਲ। ਇੱਕ ਬ੍ਰੇਕ ਲਵਾਂਗੇ। ਜੀ ਰਮਨ ਜੀ, ਮੈਂ ਜਾਣ ਤੋਂ ਪਹਿਲਾਂ ਦੱਸ ਦਿਆਂ ਕਿ ਕੈਨੇਡੀਅਨ ਅਥਾਰਟੀਜ਼ ਵੱਲੋਂ 2 ਕੰਪਨੀਆਂ ਇਸ ਵੇਲੇ ਸਸਪੈਂਡ ਕੀਤੀਆਂ ਗਈਆਂ ਵੈਂਕੂਵਰ ਏਰੀਆ ਦੇ ਵਿੱਚ, ਜਿਨ੍ਹਾਂ ਦੇ ਵਿੱਚ ਕਿ ਕੋਲੀਜਨ ਦੇ ਵਿੱਚ ਇਨਵੋਲਵ ਸੀਗੀਆਂ ਟਨਲ ਦੇ ਵਿੱਚ। ਸੋ ਇਹ ਉੱਧਰ ਵੀ ਕਾਫੀ ਜਿਹੜਾ ਕੰਮ ਹੈਗਾ ਚੱਲਿਆ ਰਿਹਾ ਹੈਗਾ ਕਿ TDS ਹੋਲਡਿੰਗ ਇੰਕ ਐਂਡ ਇੰਟਰਨੈਸ਼ਨਲ ਮਸ਼ੀਨ ਟਰਾਂਸਪੋਰਟ। ਉਹ ਆਪਾਂ ਬ੍ਰੇਕ ਤੋਂ ਬਾਅਦ ਕੰਪਨੀਆਂ ਦਾ ਵੀ ਡਿਸਕਸ ਕਰਦੇ ਹਾਂ। 2 ਨੇ, ਇੱਕ ਹੋਰ ਵੀ ਹੋਈ ਸੀ 2 ਹਫ਼ਤੇ ਪਹਿਲਾਂ, ਕਿਉਂਕਿ ਇੱਕ ਭੈਣ ਜੀ ਦਾ ਕਮੈਂਟ ਸੀ ਵੀ ਕੈਨੇਡਾ ਦੇ ਵਿੱਚ ਤਾਂ ਕਾਫੀ ਟ੍ਰੇਨਿੰਗ ਹੁੰਦੀ ਹੈ, ਪਰ ਸਟਿਲ ਅਮਰੀਕਾ ਨਾਲੋਂ ਮੇਰੇ ਖਿਆਲ ਨਾਲ ਥੋੜੀ ਜਿਹੀ ਬੈਟਰ ਆ ਉੱਥੇ ਕਮਰਸ਼ੀਅਲ ਲਾਇਸੈਂਸ ਦੇ ਲਈ। ਪਰ ਸਟਿਲ ਕੈਨੇਡਾ ਦੇ ਵਿੱਚ ਹੁਣ ਮੇਜਰ ਐਕਸੀਡੈਂਟ ਹੋਏ ਆ, ਉੱਥੇ ਦੀ ਮੇਨ ਨਿਊਜ਼ ਬਣੀ ਹੋਈ ਆ ਸਾਰੇ ਚੈਨਲ ਦੇ। ਉਹ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਰਮਨ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤੇ, ਤੁਹਾਡਾ ਵੀ ਜੇ ਕੋਈ ਕੁਐਸਚਨ ਹੈ ਇਹਦੇ ਨਾਲ ਰਿਲੇਟਡ ਜਾਂ ਤੁਹਾਡਾ ਕੀ ਵਿਚਾਰ ਹੈਗਾ ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਰਮਨ ਜੀ, ਜਿਸ ਤਰ੍ਹਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ, ਕੈਨੇਡਾ ਦੇ ਵਿੱਚ 3 ਕੰਪਨੀਆਂ ਐਕਚੁਅਲੀ ਸ਼ਟਡਾਊਨ ਹੋਈਆਂ ਹੈਗੀਆਂ। ਇੱਕ ਤਾਂ TSD ਹੋਲਡਿੰਗਸ ਇਨਕਾਰਪੋਰੇਸ਼ਨ ਤੇ ਦੂਜੀ ਇੰਟਰਨੈਸ਼ਨਲ ਮਸ਼ੀਨ ਟਰਾਂਸਪੋਰਟ ਇਨਕਾਰਪੋਰੇਸ਼ਨ। ਤੇ ਦਸੰਬਰ 28 ਵਾਲੇ ਹਫਤੇ 'ਚ ਚੌਹਾਨ ਫਰੇਟ ਫਾਰਵਰਡਰਸ ਜਿਹੜੀ ਆ ਉਹਨੂੰ ਸ਼ਟਡਾਊਨ ਕੀਤਾ ਸੀਗਾ, ਕਿਉਂਕਿ ਉਹਨਾਂ ਨੇ ਹਾਈਵੇ ਦੇ ਉੱਤੇ ਜਿਹੜਾ ਆ ਇੱਕ ਓਵਰਪਾਸ ਆ ਉਹਨੂੰ ਹਿੱਟ ਕੀਤਾ ਸੀ। ਓਵਰਸਾਈਜ਼ ਪਰਮਿਟ ਜਿਹੜਾ ਉਹਦਾ ਵੇਟ ਸੀਗਾ। ਸੋ ਕੈਨੇਡਾ ਦੇ ਵਿੱਚ ਕਾਫੀ ਲੱਗਦਾ ਸਟ੍ਰਿਕਟ ਹੋ ਰਹੇ ਹੈਗੇ ਆ ਉੱਥੇ ਦੀਆਂ ਜਿਹੜੀਆਂ ਅਥਾਰਟੀਜ਼ ਹੈਗੀਆਂ। ਬਿਲਕੁਲ ਜੀ। ਉੱਥੇ ਜਿਹੜਾ ਹੈਗਾ ਥੋੜਾ ਜਿਹਾ ਆਪਣੇ ਲਾਇਸੈਂਸ ਦਾ ਵੀ ਬੈਟਰ ਹੈਗਾ ਤੇ ਥੋੜਾ ਉੱਥੇ ਜਿਹੜਾ ਪ੍ਰੋਬਲਮਸ ਹੈਗੀਆਂ, ਕਿਉਂਕਿ ਸਨੋ ਦੇ ਕਰਕੇ ਵੀ ਹੋਰ ਕਈ ਕਾਸੇ ਕਰਕੇ ਵੀ ਪ੍ਰੋਬਲਮ ਜਿਹੜੀਆਂ ਬਹੁਤ ਉੱਥੇ ਜ਼ਿਆਦੀਆਂ ਹੁੰਦੀਆਂ। ਪਰ ਡੈਫੀਨੇਟਲੀ ਆਪਣੇ ਕੋਈ ਘੱਟ ਨਹੀਂ ਹੈਗੀਆਂ, ਆਪਣੇ ਵੀ ਬਹੁਤ ਜ਼ਿਆਦਾ ਇਸ਼ੂਜ਼ ਖੜੇ ਹੋ ਰਹੇ ਆ ਜਿਹੜੇ ਇਸ ਵੇਲੇ ਜਿਹੜਾ ਡਾਟਾ ਸ਼ੋਅ ਕਰ ਰਿਹਾ ਆ ਉਹ ਬੇਸਿਕਲੀ ਸ਼ੋਅ ਕਰ ਰਿਹਾ ਕਿ ਜਿਹੜਾ ਨਵਾਂ ਆਪਣਾ ਡਰਾਈਵਰ ਹੈਗਾ ਆ, ਰੂਕੀ ਡਰਾਈਵਰ ਹੈਗਾ, ਫਰਸਟ ਈਅਰ ਦੇ ਵਿੱਚ ਉਹਦਾ ਜਿਹੜਾ ਕ੍ਰੈਸ਼ ਰੇਟ ਹੈਗਾ ਉਹ ਬਹੁਤ ਜ਼ਿਆਦਾ ਹਾਈ ਜਾ ਰਿਹਾ ਹੈਗਾ। ਸੋ ਪ੍ਰੋਬਲਮ ਤਾਂ ਇਹ ਆ ਜਾਂਦੀ ਆ ਕਿਉਂਕਿ ਹੁਣ ਜਿਹੜੀਆਂ ਨਾ ਆਪਣੀਆਂ ਪ੍ਰੋਬਲਮ ਸੀਗੀਆਂ ਕਿ ਪਹਿਲਾਂ ਇਸ਼ੂ ਹੁੰਦਾ ਸੀਗਾ ਕਿ ਜੇ ਤੁਸੀਂ ਨਵਾਂ ਲਾਇਸੈਂਸ ਲਿਆ ਆ ਤੇ ਨਵੇਂ ਲਾਇਸੈਂਸ ਦੇ ਥੱਲੇ ਤੁਸੀਂ ਕਿਸੇ ਵੱਡੀ ਕੰਪਨੀ ਦੇ ਵਿੱਚ ਐਜ਼ ਅ ਸੈਕੰਡ ਡਰਾਈਵਰ ਤੁਸੀਂ 4 ਮਹੀਨੇ 6 ਮਹੀਨੇ ਤੁਸੀਂ ਟ੍ਰੇਨਿੰਗ ਲੈਣੇ ਹੈਗੇ ਆ, ਉੱਥੇ ਟਰੱਕ ਚਲਾਉਣੇ ਹੈਗੇ। ਜਾਂ ਰਮਨ ਜੀ, ਬਹੁਤ ਵਾਰ ਮੈਂ ਦੇਖਿਆ ਵੀ ਪਹਿਲਾਂ ਬਾਕਸ ਟਰੱਕ ਚਲਾ ਲੈਂਦੇ ਸੀ ਜਾਂ ਫਿਰ ਮਿੱਟੀ ਵਾਲੇ ਟਰੱਕ, ਹਨਾ। ਤੇ ਹੁਣ ਕੀ ਆ ਵੀ ਹੁਣ ਆਪਾਂ ਲਾਇਸੈਂਸ ਲੈ ਕੇ ਸਿੱਧੇ ਜਿਹੜੇ ਆ ਉਹ ਲੌਂਗ ਰੂਟ ਤੇ ਚੱਲ ਜਾਂਦੇ ਆ। ਤੇ ਇਹ ਗੱਲ ਤੁਹਾਡੀ ਸਹੀ ਆ। ਜਾਂ ਤਾਂ ਕਿਸੇ ਨਾਲ 5-6 ਮਹੀਨੇ ਐਕਸਪੀਰੀਅੰਸ ਹੋਵੇ, ਜਦ ਪਤਾ ਸਾਰੀ ਲਾਈਫ ਇਹ ਕੰਮ ਕਰਨਾ ਹੈ ਤੇ ਤੁਹਾਨੂੰ ਪੂਰਾ ਜਿਹੜਾ ਐਕਸਪੀਰੀਅੰਸ ਲੈਣਾ ਚਾਹੀਦਾ। ਹਾਂਜੀ, ਬਿਲਕੁਲ। ਇਹ ਵੀ ਜਿਹੜੀ ਆ ਇਹ ਇਸ਼ੂ ਜਿਹੜਾ ਆ ਇਸ਼ੂ ਬਹੁਤ ਵੱਡਾ ਹੈਗਾ। ਡੈਫੀਨੇਟਲੀ
ਕਿਉਂਕਿ ਲਾਇਸੈਂਸ ਤਾਂ ਤੁਸੀਂ ਲਈ ਜਾ ਰਹੀ ਆ, ਬਹੁਤ ਜਾਣੇ ਲਾਇਸੈਂਸ ਲਈ ਜਾ ਰਹੇ ਫਟਾਫਟ, ਪਰ ਉਹਨਾਂ ਦਾ ਜਿਹੜਾ IQ ਲੈਵਲ ਹੈਗਾ ਜਾਂ ਉਹਨਾਂ ਦੀ ਜਿਹੜੀ ਚੀਜ਼ ਹੈਗੀ ਆ ਉਹ ਬਹੁਤ ਹੀ ਡਾਊਨ ਹੈਗੀ ਆ। ਸੋ ਇਹਦੇ ਵਿੱਚ ਬਹੁਤ ਸਕੇਰੀ ਸਿਚੁਏਸ਼ਨ ਹੈਗੀ ਆ। ਮੈਂ ਇਹ ਨਹੀਂ ਕਹੂੰਗਾ ਵਧੀਆ ਹੈਗੀ ਆ, ਪਰ ਸਕੇਰੀ ਸਿਚੁਏਸ਼ਨ ਹੈਗੀ ਆ। ਸੋ ਇਹਦੇ ਨਾਲ ਹੀ ਆਪਾਂ ਇੱਕ ਹੋਰ ਅਪਡੇਟ ਜਿਹੜਾ ਆ ਉਹ ਕਰਨਾ ਆ। ਜ਼ਰੂਰ। ਬੈਨੀਫਿਸ਼ੀਅਲ ਓਨਰਸ਼ਿਪ ਇਨਫੋਰਮੇਸ਼ਨ ਜਿਹੜੀ ਆ, ਇਹ ਹਰ ਇੱਕ ਜਿਹੜੀ ਇੰਕ ਕਾਰਪੋਰੇਸ਼ਨ ਜਾਂ LLC ਕੰਪਨੀ ਹੈਗੀ ਆ ਅਮਰੀਕਾ ਦੇ ਵਿੱਚ, ਚਾਹੇ ਉਹ ਬਾਹਰਲੀ ਕੰਟਰੀ ਦੇ ਵਿੱਚ ਕੋਈ ਬੈਠਾ ਆ, ਚਾਹੇ ਉਹ ਇੱਥੇ ਬੈਠਾ ਆ, ਹਰ ਇੱਕ ਨੂੰ ਤੁਹਾਡੀ BOI ਇਨਫੋਰਮੇਸ਼ਨ ਜਿਹੜੀ ਆ ਉਹ ਸਬਮਿਟ ਕਰਨੀ ਪੈਣੀ ਆ। ਉਹਦਾ ਮਤਲਬ ਕਹਿਣ ਦਾ ਇਹ ਆ ਕਿ ਜਿਹੜੀ ਤੁਹਾਡੀ ਇਨਫੋਰਮੇਸ਼ਨ ਆ, ਤੁਸੀਂ ਤੁਹਾਡੀ ਕੰਪਨੀ ਆ ਉਹ ਰਨ ਕਰ ਰਿਹਾ, ਉਹਨੂੰ ਕੌਣ ਰਨ ਕਰ ਰਿਹਾ, ਉਹਦੀ ਓਨਰਸ਼ਿਪ, ਐਕਚੁਅਲ ਓਨਰਸ਼ਿਪ ਕੌਣ ਆ। ਕਿਉਂਕਿ ਬਹੁਤ ਇਹ ਜਿਹੜੀ ਪ੍ਰੋਬਲਮ ਹੈਗੀ ਆਈ ਹੋਈ ਆ ਕਿ ਜਿਹੜੀ ਜਿੱਥੇ ਆਪਾਂ ਕਹਿੰਦੇ ਆ ਵੀ ਬਲੈਕ ਦੀ ਮਨੀ ਆ, ਇਹ ਆ ਉਹ ਆ, ਇੱਦਾਂ ਦਾ ਆ, ਕੰਪਨੀ ਕੋਈ ਰਨ ਕਰ ਰਿਹਾ, ਕਿਤੇ ਕੁਛ ਹੋ ਰਿਹਾ, ਠੀਕ ਹੈ ਨਾ। ਸੋ ਇਹ ਜਿਹੜੀ ਚੀਜ਼ ਆ ਇਹ ਰਿਕੁਆਇਰਡ ਕਰ ਦਿੱਤੀ ਗਈ ਆ ਕਿ ਹਰ ਇੱਕ ਕੰਪਨੀ ਜਿਹੜੀ ਆ ਉਹ ਆਪਣੀ ਇਨਫੋਰਮੇਸ਼ਨ ਭਰੂਗੀ ਕਿ ਉਹਦਾ ਰਨ ਕੌਣ ਕਰ ਰਿਹਾ, ਉਸ ਕੰਪਨੀ ਨੂੰ ਤੁਹਾਡਾ ਐਕਚੁਅਲ ਓਨਰ ਕੌਣ ਆ। ਸੋ ਇਹਦੇ ਵਿੱਚ ਜੇ ਤੁਹਾਡੀ ਕੰਪਨੀ ਜਿਹੜੀ ਆ ਜਨਵਰੀ 1, 2024 ਤੋਂ ਪਹਿਲਾਂ ਦੀ ਕ੍ਰੀਏਟ ਕੀਤੀ ਆ, ਮੰਨ ਲਓ ਕਿ ਤੁਹਾਡੀ ਪਿਛਲੇ ਸਾਲ ਦੀ ਕੰਪਨੀ ਆ, ਸੋ ਉਹਨੂੰ ਜਨਵਰੀ 1, 2025 ਤੱਕ BOI ਰਿਪੋਰਟ ਦਾਖਲ ਕਰਨੀ ਪਊਗੀ, ਠੀਕ ਹੈ ਜੀ। ਜੇ ਤੁਹਾਡੀ ਕੰਪਨੀ ਜਿਹੜੀ ਆ ਉਹ ਜਨਵਰੀ 1, 2024 ਤੋਂ ਬਾਅਦ ਤੇ ਜਨਵਰੀ 1, 2025 ਇੱਕ ਸਾਲ ਦੇ ਇਸ ਸਾਲ ਦੇ ਵਿੱਚ ਖੁੱਲੀ ਆ, ਤੇ ਤੁਹਾਨੂੰ 90 ਦਿਨਾਂ ਦੇ ਵਿੱਚ ਇਹ ਜਿਹੜਾ ਆ ਇਹ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਆ। ਜਿਹੜੀ ਕੰਪਨੀ ਜਨਵਰੀ 1, 2025 ਤੋਂ ਬਾਅਦ ਖੁੱਲਣੀਆਂ ਆ ਅਗਲੇ ਸਾਲ ਜਿਹੜੀਆਂ, ਉਹਨਾਂ ਨੂੰ ਖੁੱਲਣ ਤੋਂ 30 ਦਿਨਾਂ ਦੇ ਵਿੱਚ ਇਹ ਇਨਫੋਰਮੇਸ਼ਨ ਜਿਹੜੀ ਆ ਇਹ ਕਰਨੀ ਪੈਣੀ ਆ, ਜਿਹੜੀ ਕਿ FinCEN ਇਹਦੀ ਜਿਹੜੀ ਸਾਈਟ ਹੈਗੀ ਆ, ਇਹ ਹੈਗੀ ਆ ਫਾਈਨੈਂਸ਼ੀਅਲ ਕ੍ਰਾਈਮਸ ਇਨਫੋਰਸਮੈਂਟ ਨੈਟਵਰਕ। ਸੋ ਤੁਸੀਂ ਨਾਂ ਤੋਂ ਹੀ ਸ਼ਾਇਦ ਆਪਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਇਹਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਕ੍ਰਾਈਮਸ ਹੋ ਰਹੇ ਹੈਗੇ ਆ, ਜਿਹੜੇ ਮਨੀ ਲਾਂਡਰਿੰਗ ਕਹਿ ਲਓ, ਹੋਰ ਚੀਜ਼ਾਂ ਕਹਿ ਲਓ, ਬਿਹਾਈਂਡ ਦਾ ਸੀਨ ਕਹਿ ਲਓ, ਸ਼ੈਲ ਕੰਪਨੀਆਂ ਕਹਿ ਲਓ, ਇਹ ਜਿਹੜੇ ਇਹਨਾਂ ਨੂੰ ਠੱਲ ਪਾਉਣ ਦੇ ਲਈ ਇਹ ਜਿਹੜੀ ਇਨਫੋਰਮੇਸ਼ਨ ਆ ਇਹ ਕਲੈਕਟ ਕਰਨੀ ਸ਼ੁਰੂ ਹੋ ਰਹੀ ਆ। ਸੋ ਇਹ US ਟ੍ਰੇਜਰੀ ਵੱਲੋਂ ਹੈਗਾ ਆ, ਫਾਈਨੈਂਸ਼ੀਅਲ ਕ੍ਰਾਈਮ ਇਨਫੋਰਸਮੈਂਟ ਨੈਟਵਰਕ ਵੱਲੋਂ ਹੈਗਾ ਆ। ਸੋ ਡੋਂਟ ਟੇਕ ਇਟ ਲਾਈਟਲੀ। ਇਹਦੀ ਜਿਹੜੀ ਰਿਪਰਕਸ਼ਨਸ ਆ ਅਜੇ ਨਹੀਂ ਪਤਾ ਹੈਗਾ, ਪਰ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਰਿਪਰਕਸ਼ਨਸ ਜਾਂ ਇਹਦੀਆਂ ਜਿਹੜੀਆਂ ਪ੍ਰੋਬਲਮਸ ਆ ਪਤਾ ਲੱਗਣਗੀਆਂ। ਪਰ ਰਾਈਟ ਨਾਓ BOI ਜਿਹੜੀ ਆ ਬੈਨੀਫੀਸ਼ੀਅਲ ਓਨਰਸ਼ਿਪ ਇਨਫੋਰਮੇਸ਼ਨ, ਕਿ ਜਿਹੜੀ ਤੁਹਾਡੀ ਕੰਪਨੀ ਆ ਇਹਦਾ ਐਕਚੁਅਲ ਬੈਨੀਫਿਸ਼ਰੀ ਕੌਣ ਆ, ਐਕਚੁਅਲ ਇਹਦੀ ਓਨਰਸ਼ਿਪ ਕਿਹਦੇ ਕੋਲ ਆ, ਕੌਣ ਇਹ ਤੋਂ ਬੈਨੀਫਿਟ ਹੋ ਰਿਹਾ, ਸੋ ਉਹ ਤੁਹਾਨੂੰ ਡਿਸਕਲੋਜ਼ ਕਰਨਾ ਪੈਣਾ ਆ ਇਸ ਡਿਪਾਰਟਮੈਂਟ ਨੂੰ, ਫਾਈਨੈਂਸ਼ੀਅਲ ਕ੍ਰਾਈਮਸ ਇਨਫੋਰਸਮੈਂਟ ਨੈਟਵਰਕ ਨੂੰ, ਜਿਹੜੀ ਕਿ US ਟ੍ਰੈਜਰੀ ਦੇ ਥੱਲੇ ਆਉਂਦਾ। ਕੀ ਇਹਨਾਂ ਨੇ ਕੋਈ ਟਾਈਮਲਾਈਨ ਦਿੱਤੀ ਹੈ ਵੀ ਕਦੋਂ ਤੱਕ ਕਰਨੀ ਹੈ? ਮੈਂ ਹੁਣੇ ਦੱਸ ਕੇ ਹਟਿਆ ਟਾਈਮਲਾਈਨ ਸਾਰੀ ਜੀ, ਠੀਕ ਹੈ ਜੀ। ਜਿਹੜੀ 2000 ਆਪਣੇ ਇਸ ਤੋਂ ਪਹਿਲਾਂ ਦੀਆਂ ਖੁੱਲੀਆਂ ਆ, 24 ਤੋਂ ਪਹਿਲਾਂ ਦੀਆਂ ਕੰਪਨੀਆਂ, ਪਿਛਲੇ ਸਾਲ ਦੀ ਜਿਹੜੀ ਖੁੱਲੀ ਆ, ਉਹਨਾਂ ਨੂੰ ਜਨਵਰੀ 1, 2025 ਤੱਕ ਅੰਟਿਲ ਜਨਵਰੀ 1, 2025 ਪੂਰਾ ਇੱਕ ਸਾਲ ਆ, 11.5 ਮਹੀਨੇ ਇਸ ਵੇਲੇ ਤੁਹਾਨੂੰ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਦੇਣੀ ਪੈਣੀ ਆ। ਜੇ ਤੁਹਾਡੀ ਕੰਪਨੀ ਇਸ ਸਾਲ ਖੁੱਲੀ ਹੈ ਜਨਵਰੀ 1, 2024 ਤੋਂ ਲੈ ਕੇ ਜਨਵਰੀ 1, 2025 ਤੱਕ, ਤੇ ਤੁਹਾਡੇ ਕੋਲ 90 ਦਿਨ ਆ ਤੁਹਾਨੂੰ ਇਨਫੋਰਮੇਸ਼ਨ ਸਬਮਿਟ ਕਰਨ ਦੇ। ਜੇ ਅਗਲੇ ਸਾਲ ਤੁਸੀਂ ਕੋਈ ਕੰਪਨੀ ਖੋਲੀ ਆ ਤਾਂ ਉਹ 30 ਦਿਨਾਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਉਹ ਸਬਮਿਟ ਕਰਨੀ ਹੈ। ਸੋ ਇਹ ਗਾਈਡਲਾਈਨਸ ਹੈਗੀਆਂ, ਸਿੰਪਲ ਹੈਗਾ ਆ। ਤੁਸੀਂ ਇਹਨਾਂ ਦੀ ਸਾਈਟ ਦੇ ਉੱਤੇ ਜਾ ਕੇ fincen.gov./BOI ਤੇ ਜਾ ਕੇ ਤੁਸੀਂ ਜਿਹੜਾ ਆ ਆਪਣਾ ਇਹ ਸਬਮਿਟ ਕਰ ਸਕਦੇ ਆ, ਆਪਣਾ ਅਕਾਊਂਟ ਬਣਾ ਸਕਦੇ ਆ। ਜੀ ਜੀ ਬਿਲਕੁਲ। ਤੇ ਇੱਕ ਕਾਲਰ ਜੁੜੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ। ਅਮਰੀਕ ਸਿੰਘ ਜੀ। ਹਾਂਜੀ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਅਮਰੀਕ ਜੀ ਆਵਾਜ਼ ਸੁਣ ਪਾ ਰਹੇ? ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਹੁਣੀ ਆਪਾਂ ਗੱਲ ਕਰ ਰਹੇ ਸੀਗੇ ਨਾ ਇੰਸ਼ੋਰੈਂਸ ਦੇ ਬਾਰੇ ਜੀ। ਤੇ ਮੇਰਾ ਇਹ ਮੰਨਣਾ ਹੈਗਾ ਕਿ ਜੇ ਤੁਸੀਂ ਦੇਖੋਗੇ ਟਰੱਕਿੰਗ ਕੰਪਨੀ ਫਰੇਟ ਹੀ ਮੂਵ ਕਰ ਰਹੀ ਹੈ ਇੱਕ ਥਾਂ ਤੋਂ ਦੂਜੇ ਥਾਂ ਤੇ।
ਤੇ ਉਹ ਫਰੇਟ ਜਿਹੜਾ ਹੈਗਾ ਉਹਦੇ ਵਿੱਚ ਜਿੱਦਾਂ ਫਰੇਟ ਵਾਲੇ ਨੇ ਆਪਣੀ ਲਾਇਬਿਲਿਟੀ ਪਾਸ ਕਰਤੀ ਬ੍ਰੋਕਰ ਨੂੰ, ਬ੍ਰੋਕਰ ਨੇ ਆਪਣੀ ਲਾਇਬਿਲਿਟੀ ਪਾਸ ਕਰਤੀ ਟਰੱਕਿੰਗ ਕੰਪਨੀ ਤੇ ਇਸ ਨੂੰ ਇਸ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ। ਇਹਨੂੰ ਜਿਹੜਾ ਰਿਸਪੌਂਸਿਬਿਲਟੀ ਆ ਉਹ ਫਰੇਟ ਦੇ ਨਾਲ ਲਿੰਕ ਕੀਤੀ ਜਾਏ, ਕਿਉਂਕਿ ਜੇ ਫਰੇਟ ਦੇ ਨਾਲ ਉਹ ਰਿਸਪੌਂਸਿਬਿਲਟੀ ਲਿੰਕ ਕੀਤੀ ਜਾਊਗੀ ਤਾਂ ਜਿਹੜੀ ਸ਼ਿਪਰ ਹੈ ਜਿਹਦਾ ਸਮਾਨ ਜਾ ਰਿਹਾ ਉਹ ਮੇਕ ਸ਼ੋਰ ਕਰੂਗਾ ਕਿ ਉਹ ਸਹੀ ਬ੍ਰੋਕਰ ਨੂੰ ਹਾਇਰ ਕਰ ਰਿਹਾ, ਉਹ ਸਹੀ ਟਰੱਕ ਦੇ ਉੱਤੇ ਸਮਾਨ ਸ਼ਿਪ ਕਰ ਰਿਹਾ ਹੈ। ਤੇ ਦੂਸਰਾ ਜਿਹੜਾ ਇਹਦੇ ਵਿੱਚ ਹੀ ਸੀਗਾ ਆਪਣਾ ਇੰਸ਼ੋਰੈਂਸ ਦੇ ਰਿਲੇਟਡ ਹੀ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਸੀਗਾ। ਬਹੁਤ ਪਹਿਲਾਂ ਮੇਰੇ ਟਰੱਕ ਦੇ ਮੂਹਰੇ ਇੱਕ ਕਾਰ ਆ ਗਈ ਸੀਗੀ ਤੇ ਉਹਦੇ ਵਿੱਚ ਮੇਰਾ ਫਾਲਟ ਨਹੀਂ ਸੀ। ਪੁਲਿਸ ਰਿਪੋਰਟ ਦੇ ਵਿੱਚ ਵੀ 100% ਫਾਲਟ ਜਿਹੜਾ ਸੀਗਾ ਉਹ ਕਾਰ ਵਾਲੇ ਦਾ ਸੀਗਾ, ਲੇਕਿਨ ਉਹ ਕਾਰ ਵਾਲੇ ਕੋਲ ਕੈਲੀਫੋਰਨੀਆ ਮਿਨੀਮਮ ਲਾਇਬਿਲਿਟੀ ਇੰਸ਼ੋਰੈਂਸ 3000 ਦੀ ਸੀਗੀ। ਮੇਰੀ ਇੰਸ਼ੋਰੈਂਸ ਕੰਪਨੀ ਨੇ $50,000 ਲਾ ਕੇ ਮੇਰਾ ਟਰੱਕ ਠੀਕ ਕਰਾਇਆ। 1.5 ਮਹੀਨਾ ਮੈਂ ਘਰ ਬੈਠਾ ਰਿਹਾ ਤੇ ਉਹਦੇ ਬਾਅਦ ਚ ਰਿਜ਼ਲਟ ਕੀ ਹੋਇਆ, ਐਂਡ ਦੇ ਵਿੱਚ ਮੇਰੀ ਕੰਪਨੀ ਨੇ ਇੰਸ਼ੋਰੈਂਸ ਰੀਨਿਊ ਕਰਨ ਤੋਂ ਮਨਾ ਕਰਤਾ। ਮੇਰੀ ਇੰਸ਼ੋਰੈਂਸ 9000 ਤੋਂ 21000 ਤੇ ਜੰਪ ਕਰ ਗਈ ਔਰ ਅੱਜ ਇਹ 2012 2013 ਦੀ ਗੱਲ ਹੈ। ਤੇ ਜੇ ਆਪਾਂ ਇੱਕ ਸਾਈਡ ਦੇਖ ਰਹੇ ਹਾਂ ਕਿ ਟਰੱਕਿੰਗ ਕੰਪਨੀ ਦੀ ਲਾਇਬਿਲਿਟੀ ਇਨਕਰੀਜ਼ ਕਰਨੀ ਹੈ ਤਾਂ ਦੂਜੇ ਪਾਸੇ ਹੋਰ ਵੀ ਲੋਕ ਹੈਗੇ ਰੋਡ ਦੇ ਉੱਤੇ, ਉਹਨਾਂ ਦੀ ਵੀ ਲਾਇਬਿਲਿਟੀ ਦੇ ਬਾਰੇ ਸੋਚੋ। ਜੀ ਥੈਂਕ ਯੂ ਅਮਰੀਕ ਜੀ। ਬਿਲਕੁਲ ਧੰਨਵਾਦ। ਸੋ ਸਾਡਾ ਮੇਨ ਰੀਜ਼ਨ ਇਹ ਜਿਹੜੀ ਤੁਹਾਡੇ ਨਾਲ ਖਬਰ ਸਾਂਝੀ ਕਰਨ ਦਾ, ਕਿਉਂਕਿ ਬਹੁਤ ਸਾਰਿਆਂ ਨੂੰ ਪਤਾ ਨਹੀਂ ਵੀ ਕੀ ਹੋ ਰਿਹਾ। ਕੱਲ 2 ਹੀਅਰਿੰਗ ਹੋਈਆਂ, ਇੱਕ ਤਾਂ ਇਹਦੇ ਸੰਬੰਧ ਦੇ ਵਿੱਚ, ਇੱਕ ਜਿਹੜੀ ਹੋਰ ਹੈਗੀ ਆ ਵੀ ਫਰਾਡ ਕਿੱਦਾਂ ਹੋ ਰਿਹਾ। TIA ਨੇ ਇਹ ਕਿਹਾ ਵੀ FMCSA ਵੈਟ ਐਕਟਰਸ ਨੂੰ ਉਹਨਾਂ ਦੇ ਲਾ ਨਹੀਂ ਇਨਫੋਰਸ ਕਰ ਰਹੀ। ਸੋ ਇਹੀ ਆ ਵੀ ਤੁਹਾਡੀ ਜਾਣਕਾਰੀ ਹੋਵੇ ਤਾਂ ਕਿ ਤੁਸੀਂ ਜਿਹੜੇ ਆਪਣੇ ਕਾਂਗਰਸਮੈਨ ਆ ਉਹਨਾਂ ਦੇ ਆਫਿਸ ਕਾਲ ਕਰਕੇ ਘੱਟੋ ਘੱਟ ਦੱਸ ਸਕਦੇ ਭਾਈ ਜੇ ਤੁਸੀਂ ਆਹ ਕਰ ਰਹੇ ਆ ਤੇ ਆਹ ਵੀ ਇਸ਼ੂ ਹੈਗਾ। ਕਿਉਂਕਿ ਜੇ ਉਹਨਾਂ ਨੂੰ ਪਤਾ ਹੀ ਨਹੀਂ, ਕਿਉਂਕਿ ਅਗਲੇ ਤਾਂ ਆਫਿਸ 'ਚ ਬੈਠੇ ਆ ਤੇ ਹੁਣ ਇੱਕੋ ਹੀ ਕਾਂਗਰਸਮੈਨ ਜਿਹਦੀ ਖੁਦ ਦੀ ਟਰੱਕਿੰਗ ਕੰਪਨੀ ਉਹੀ ਰੌਲਾ ਪਾ ਰਿਹਾ ਸੀ, ਬਾਕੀਆਂ ਨੇ ਤਾਂ ਲਾ ਹੀ ਪਾਸ ਕਰਾਉਣਾ। ਠੀਕ ਹੈ ਕਿ ਨਹੀਂ? ਜਦੋਂ ਉਹਨਾਂ ਨੂੰ ਪਤਾ ਲੱਗੂਗਾ ਫੇਰ ਹੋਊਗਾ ਵੀ ਹਾਂ ਯਾਰ ਹਾਂ ਆਹ ਵੀ ਇਸ਼ੂ ਹੈਗਾ ਵੀ ਮੇਰੇ ਜਿਹੜੇ ਕੌਂਸਟੀਚੁਐਂਟਸ ਹੈਗੇ ਆ ਇੰਨੇ ਜ਼ਿਆਦਾ ਟਰੱਕਿੰਗ ਇੰਡਸਟਰੀ 'ਚ, ਉਹਨਾਂ ਦੀ ਆਹ ਵੀ ਪ੍ਰੋਬਲਮ ਆ। ਜੀ ਨਹੀਂ ਭਾਈ, ਉਹ ਤਾਂ ਥੈਂਕ ਯੂ ਵੈਰੀ ਮਚ, ਤੁਹਾਡਾ ਇਨਫੋਰਮੇਸ਼ਨ ਸ਼ੇਅਰ ਕਰ ਲਿਆ। ਆਪਾਂ ਵੀ ਕੰਟੈਕਟ ਕਰਾਂਗੇ, ਕਮੈਂਟ ਕਰਾਂਗੇ। ਤੇ ਇੱਕ ਮੈਂ ਹੋਰ ਇਸ਼ੂ ਰਮਨ ਭਾਜੀ ਦੇ ਮੂਹਰੇ ਲਿਆਉਣਾ ਚਾਹੁੰਦਾ ਸੀਗਾ। ਇਹ ਲਾਸਟ ਵੀਕ ਦਾ ਇਨਸੀਡੈਂਟ ਹੈਗਾ। ਜਿੱਦਾਂ ਡਰਾਈਵਰ ਲੋਡ ਚੱਕਣ ਗਿਆ ਸ਼ਿਪਰ ਦੇ, ਉਹਨੇ ਲੋਡ ਚੱਕ ਲਿਆ, ਚੱਕ ਕੇ ਉਹਨੇ ਸ਼ਿਪਿੰਗ ਆਫਿਸ 'ਚ ਚੈੱਕ ਆਊਟ ਕਰ ਦਿੱਤਾ, ਟ੍ਰੇਲਰ ਸੀਲ ਹੋ ਗਿਆ। ਡਰਾਈਵਰ ਉੱਥੋਂ ਤੁਰ ਪਿਆ, ਗੇਟ ਦੇ ਉੱਤੇ ਉਹਨਾਂ ਦੇ ਕੋਈ ਨਜ਼ਰ ਨਹੀਂ ਆਇਆ ਡਰਾਈਵਰ ਨੂੰ, ਤੇ ਡਰਾਈਵਰ ਉੱਥੋਂ 20 ਮੀਲ ਚਲਾ ਗਿਆ। ਬਾਅਦ ਸ਼ਿਪਰ ਦੀ ਕਾਲ ਆਉਂਦੀ ਹੈ ਕਿ ਡਰਾਈਵਰ ਨੇ ਗੇਟ ਦੇ ਉੱਤੇ ਚੈੱਕ ਆਊਟ ਨਹੀਂ ਕੀਤਾ, ਟਰੱਕ ਨੂੰ ਵਾਪਸ ਘੱਲੋ ਉਹ ਤਾਂ ਕਿ ਚੈੱਕ ਆਊਟ ਕਰੇ। ਬ੍ਰੋਕਰ ਦੇ ਨਾਲ ਗੱਲ ਕੀਤੀ, ਮੈਂ ਕਿਹਾ 20 ਮੀਲ ਚਲਾ ਗਿਆ, ਕੋਈ ਸੈਂਸ ਨਹੀਂ ਬਣਦੀ ਕਿ ਵਾਪਸ ਆਏ, ਚੈੱਕ ਆਊਟ ਕਰਕੇ ਆਇਆ ਆਫਿਸ ਦੇ ਵਿੱਚੋਂ। ਤੇ ਉਹ ਬ੍ਰੋਕਰ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਤੇਲ ਦੇ ਪੈਸੇ ਦੇਣਾ। ਉਹਨੇ ਰਿਵਾਈਜ਼ ਕਰਕੇ $50 ਹੋਰ ਪਾ ਕੇ ਨਵਾਂ ਰੇਟ ਕਨਫਰਮੇਸ਼ਨ ਘੱਲਤਾ। ਗੱਲ ਇਹ ਹੋਈ ਕਿ ਡਰਾਈਵਰ ਵਾਪਸ ਜਾਏਗਾ, ਜਾ ਕੇ ਚੈੱਕ ਆਊਟ ਕਰ ਦੇਗਾ। ਡਰਾਈਵਰ ਵਾਪਸ ਗਿਆ, ਉਹਨੇ ਜਾ ਕੇ ਸ਼ਿਪਿੰਗ 'ਚ ਜਦ ਚੈੱਕ ਆਊਟ ਕਰਨ ਲੱਗਾ ਉਹ ਆਪਣਾ ਗੇਟ ਦੇ ਉੱਤੇ, ਤਾਂ ਗੇਟ ਵਾਲੇ ਨੇ ਕਿਹਾ ਕਿ ਸ਼ਿਪਿੰਗ ਆਫਿਸ 'ਚ ਜਾ, ਇੰਨੇ ਨੰਬਰ ਡੋਰ ਤੇ ਬੈਕ ਇਨ ਕਰ ਦੇ। ਸ਼ਿਪਿੰਗ ਆਫਿਸ ਵਾਲੇ ਕਹਿੰਦੇ ਕਿ ਅਸੀਂ ਤੇਰੇ ਟਰੱਕ ਤੇ ਲੋਡ ਹੀ ਨਹੀਂ ਸ਼ਿਪ ਕਰਨਾ, ਯੂ ਆਰ ਰੂਡ ਵਿਦ ਅਸ, ਜਦ ਅਸੀਂ ਤੈਨੂੰ ਕਾਲ ਕੀਤੀ। ਅੱਛਾ, ਹੁਣ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਇੱਕ ਵਾਰ ਟਰੱਕਿੰਗ ਕੰਪਨੀ ਦੇ ਰਿਪਰੈਜ਼ੈਂਟੇਟਿਵ ਹੀ ਆ ਡਰਾਈਵਰ, ਜਿਹਨੇ ਚੈੱਕ ਆਊਟ ਕਰ ਦਿੱਤਾ, ਸਾਈਨ ਕਰ ਦਿੱਤਾ। ਉਹ ਜਿਹੜਾ ਫਰੇਟ ਆ, ਉਹ ਫਰੇਟ ਕਿਹਨੂੰ ਬਿਲੋਂਗ ਕਰਦਾ? ਉਹ ਟਰੱਕਿੰਗ ਕੰਪਨੀ ਨੂੰ ਬਿਲੋਂਗ ਕਰਦਾ ਜਾਂ ਉਹਦੇ ਉੱਤੇ ਲੀਗਲੀ ਹੱਲੇ ਵੀ ਸ਼ਿਪਰ ਦਾ ਰਾਈਟ ਹੈਗਾ ਜਾਂ ਬ੍ਰੋਕਰ ਦਾ ਰਾਈਟ ਹੈਗਾ? ਇੱਕ ਤਾਂ ਇਹ ਚੀਜ਼ ਥੋੜੀ ਕਲੀਅਰ ਹੋਵੇ ਕਿ ਉਸ ਪ੍ਰੋਡਕਟ ਦੇ ਉੱਤੇ ਰਾਈਟ ਕਿਹਦਾ ਹੈਗਾ। ਤੇ ਦੂਜੀ, ਜਿਹੜਾ ਮੈਂ ਇਨਸੀਡੈਂਟ ਪੂਰਾ ਤੁਹਾਨੂੰ ਨਰੇਟ ਕਰ ਦਿੰਦਾ ਜਿੱਦਾਂ ਸ਼ਾਰਟਲੀ। ਤੇ ਉਹਦੇ ਬਾਅਦ ਦੇ ਵਿੱਚ ਡਰਾਈਵਰ ਨੂੰ ਮੈਂ ਕਿਹਾ ਤੂੰ ਹੋਲਡ ਕਰ ਇੱਥੇ, ਤੂੰ ਨਹੀਂ ਕਿਤੇ ਵੀ ਜਾਣਾ, ਨਾ ਤੂੰ ਬੈਕ ਇਨ ਕਰਨਾ ਡੋਰ ਦੇ ਉੱਤੇ। ਮੈਂ ਕਿਹਾ ਤੂੰ 911 ਕਾਲ ਕਰ, ਕਿਉਂਕਿ ਉਹਨਾਂ ਨੇ ਗੇਟ ਬੰਦ ਕਰਤਾ, ਡਰਾਈਵਰ ਨੂੰ ਅੰਦਰ ਲੌਕ ਕਰ ਲਿਆ ਇੱਕ ਤਰ੍ਹਾਂ। 911 ਕਾਲ ਕੀਤੀ, ਪੁਲਿਸ ਵਾਲਾ ਆ ਗਿਆ। ਪੁਲਿਸ ਵਾਲਾ ਵੀ ਉਹਨਾਂ ਨੂੰ ਕਹਿੰਦਾ ਕਿ ਇਹ ਕੋਈ ਸਿਚੁਏਸ਼ਨ ਹੀ ਨਹੀਂ ਹੈਗੀ ਕਿ ਵਾਈ ਆਰ ਯੂ ਹੋਲਡਿੰਗ ਦ ਡਰਾਈਵਰ। ਅੱਛਾ, ਪਰ ਉਹ ਜਿਹੜਾ ਸ਼ਿਪਰ ਸੀਗਾ ਫੇਰ ਵੀ ਆਪਣੀ ਜਿੱਦ ਤੇ ਅੜਿਆ ਕਿ ਨਹੀਂ ਮੈਂ ਇਸ ਟਰੱਕ ਦੇ ਉੱਤੇ ਲੋਡ ਘੱਲਣਾ ਹੀ ਨਹੀਂ ਆ। ਮੈਂ ਫਿਰ ਬ੍ਰੋਕਰ ਨੂੰ ਕਿਹਾ, ਮੈਂ ਕਿਹਾ ਮੈਂ ਲੋਡ ਲੈ ਜਾਵਾਂ ਜੇ ਪੁਲਿਸ ਵਾਲਾ ਮੈਨੂੰ ਜਾਣ ਦਿੰਦਾ? ਉਹ ਕਹਿੰਦਾ ਤੂੰ ਲੋਡ ਲੈ ਗਿਆ ਤੇ ਕੱਲ ਨੂੰ ਸ਼ਿਪਰ ਨੇ ਮੈਨੂੰ ਪੇ ਨਹੀਂ ਕੀਤਾ, ਮੈਂ ਤੁਹਾਨੂੰ ਪੇ ਕਿੱਦਾਂ ਕਰਾਂਗਾ? ਮੈਂ ਕਿਹਾ ਗੱਲ ਤਾਂ ਇਹਦੀ ਵੀ ਸਹੀ ਹੈ ਕਿ ਕੱਲ ਨੂੰ ਪੇ ਨਹੀਂ ਕੀਤਾ ਤਾਂ ਇਹ ਵੀ ਨਹੀਂ ਪੈਸੇ ਦੇਗਾ। ਤੇ ਉਹ ਕਹਿੰਦਾ ਮੈਂ ਇੱਦਾਂ ਕਰਦਾ ਕਿ ਆਈ ਵਿਲ ਪੇ ਯੂ $500, ਤੇਰਾ ਦਿਨ ਖਰਾਬ ਹੋਇਆ ਆ, ਮੈਂ ਕਸਟਮਰ ਨਾ ਮੇਰਾ ਖਰਾਬ ਕਰੋ, ਬੈਕ ਕਰ ਦੋ ਤਾਂ ਕਿ ਉਹ ਲੋਡ ਲਾ ਲਏ ਐਂਡ ਵੀ ਆਰ ਡਨ। ਮੈਂ ਕਿਹਾ ਚੱਲ ਠੀਕ ਆ, ਬੈਕ ਕਰ ਦਿੰਦਾ। ਇਨ ਦਾ ਮੀਨ ਟਾਈਮ ਜਦ ਰੌਲਾ ਪਿਆ ਸੀਗਾ, ਉਹ ਕੰਪਨੀ ਦੇ ਮਾਲਕ ਨੇ ਆਪਣੇ ਆਫਿਸ ਤੋਂ ਦੇਖ ਲਿਆ ਥੱਲੇ ਕੀ ਹੋ ਰਿਹਾ। ਮਾਲਕ ਥੱਲੇ ਆਇਆ, ਉਹਨੇ ਆ ਕੇ ਡਰਾਈਵਰ ਨੂੰ ਪੁੱਛਿਆ ਕਿ ਕੀ ਹੋ ਰਿਹਾ, ਪੁਲਿਸ ਵਾਲਿਆਂ ਨੂੰ ਪੁੱਛਿਆ ਕੀ ਹੋ ਰਿਹਾ। ਉਹਨਾਂ ਨੇ ਪੂਰੀ ਸਿਚੁਏਸ਼ਨ ਐਕਸਪਲੇਨ ਕੀਤੀ। ਉਹ ਆਪਣੇ ਸ਼ਿਪਿੰਗ ਆਫਿਸ 'ਚ ਗਿਆ, ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਆਈ ਵਿਲ ਫਾਇਰ ਆਲ 4 of you,
4 ਬੰਦੇ ਉੱਥੇ ਦਫ਼ਤਰ 'ਚ ਕੰਮ ਕਰਦੇ ਸੀ। ਕਹਿੰਦੇ ਤੁਹਾਨੂੰ ਸੈਂਸ ਹੈਗੀ ਵਾਟ ਯੂ ਆਰ ਡੂਇੰਗ? ਤੁਸੀਂ ਡਰਾਈਵਰ ਨੂੰ ਵਾਪਸ ਸੱਦਿਆ, ਤੁਸੀਂ ਟਰੱਕ ਤੋਂ ਲੋਡ ਲਾਉਂਗੇ, ਇਹ ਲੋਡ ਜਿਹੜਾ ਅੱਜ ਫਰਾਈਡੇ ਸ਼ਾਮ ਨੂੰ ਚੱਕ ਹੋਇਆ, ਸੰਡੇ ਈਵਨਿੰਗ ਇਹ ਡਿਲੀਵਰ ਹੋਣਾ, ਕਸਟਮਰ ਨੂੰ ਲੋਡ ਚਾਹੀਦਾ, ਐਂਡ ਦੈਨ ਦ ਕਸਟਮਰ ਇਜ਼ ਗੋਇੰਗ ਟੂ ਪੇ ਮੀ ਐਂਡ ਆਈ ਐਮ ਗੋਇੰਗ ਟੂ ਪੇ ਯੂ ਗਾਇਸ ਦ ਸੈਲਰੀ। ਤੇ ਉਹ ਯਾਨੀ ਕਿ ਇਹੋ ਜਿਹੀ ਸਿਚੁਏਸ਼ਨ ਹੈਗੀ ਆ ਕਿ ਟਰੱਕ ਵਾਲੇ ਨੂੰ ਜਾਂ ਡਰਾਈਵਰ ਨੂੰ ਤਾਂ ਕੋਈ ਸ਼ਿਪਿੰਗ ਵਾਲਾ ਕੁਝ ਸਮਝਦਾ ਹੀ ਨਹੀਂ ਹੈ। ਇਹ ਤਾਂ ਬੰਦਾ ਹੀ ਨਹੀਂ ਜਾਣਦੇ। ਮਾਲਕ ਕੰਪਨੀ ਦਾ ਸਮਝਦਾਰ ਸੀਗਾ, ਉਹਨੇ ਸਾਰੀ ਸਿਚੁਏਸ਼ਨ ਸਮਝੀ, ਸਹੀ ਉਹਨੇ ਸਟੈਪ ਲਿਆ, ਉਹਨੇ ਅਪੋਲੋਜਾਈਜ਼ ਕੀਤਾ ਡਰਾਈਵਰ ਨੂੰ। ਦੁਬਾਰਾ ਮੈਨੂੰ ਬ੍ਰੋਕਰ ਦਾ ਫੋਨ ਆਇਆ ਕਿ ਉਹ ਮਾਲਕ ਕਹਿ ਰਿਹਾ ਕਿ ਤੁਸੀਂ ਉਹਦਾ ਲੋਡ ਲੈ ਜਾਓਗੇ। ਮੈਂ ਕਿਹਾ ਅਸੀਂ ਤਾਂ ਲੋਡ ਲੈ ਜਾਣ ਲਈ ਖੜੇ ਹਾਂ, ਅਸੀਂ ਲੈ ਜਾਵਾਂਗੇ। ਉਹਨੇ ਮਾਲਕ ਨੇ ਅਪੋਲੋਜਾਈਜ਼ ਕੀਤਾ, ਡਰਾਈਵਰ ਨੇ ਉਹਨੂੰ ਕਿਹਾ ਮਾਲਕ ਨੂੰ ਕਿ ਪਲੀਜ਼ ਡੋਂਟ ਫਾਇਰ ਥੀਸ ਪੀਪਲ। ਕਿ ਉਹ ਲੇਡੀ ਸੀਗੀ, ਉਹਨੇ ਉਹਨੂੰ ਕਿਹਾ ਕਿ ਇਹਨੂੰ ਫਾਇਰ ਨਾ, ਇਹਨਾਂ ਨੂੰ ਫਾਇਰ ਨਾ ਕਰੀ, ਤੂੰ ਮੇਰੇ ਕਰਕੇ ਨਾ ਕਰੀ, ਆਈ ਵਿਲ ਫੀਲ ਬੈਡ। ਤੇ ਉਹ ਸਿਚੁਏਸ਼ਨ ਇਦਾਂ ਰਿਜ਼ੋਲਵ ਹੋਈ। ਲੇਕਿਨ ਇਹ ਆ ਕਿ ਇਨ ਫਿਊਚਰ ਜੇ ਇਹੋ ਜਿਹੀ ਸਿਚੁਏਸ਼ਨ ਹੁੰਦੀ ਆ ਕਿਤੇ ਕਿ ਸ਼ਿਪਿੰਗ ਤੋਂ ਚੈੱਕ ਆਊਟ ਕਰ ਦਿੱਤਾ, ਤੇ ਫਿਰ ਲੀਗਲੀ ਉਸ ਫਰੇਟ ਦੇ ਉੱਤੇ ਰਾਈਟ ਕਿਹਦਾ ਬਣਦਾ ਆ, ਤੇ ਏਦਾਂ ਸ਼ਿਪਰ ਵਾਪਸ ਸੱਦ ਸਕਦਾ ਜਾਂ ਕੀ ਹੋ ਸਕਦਾ ਇਸ ਜੀ। ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਜੀ। ਰਮਨ ਜੀ ਥੈਂਕ ਯੂ ਜੀ। ਮੈਂ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਮੈਂ ਇਹ ਹੁਣ ਸੋਚ ਰਿਹਾ ਕਿ ਜਿੰਨੇ ਕੁ ਸਾਡੇ ਡਰਾਈਵਰ, ਜਿੰਨੇ ਕੁ ਅਸੀਂ ਚਲੋ ਜਾਣਦੇ ਹਾਂ, ਜਿੰਨੇ ਕੁ ਹੁਣ ਅਸੀਂ ਦੇਖਦੇ ਹਾਂ, ਜਿੰਨੀ ਕੁ ਉਹਨਾਂ ਦੀ ਸੈਂਸ ਹੈਗੀ ਆ ਜਾਂ ਉਹ ਅੰਡਰਸਟੈਂਡ ਕਰਦੇ ਆ, ਕਿੰਨੇ ਕੁ ਡਰਾਈਵਰ ਆ ਜਿਨ੍ਹਾਂ ਨੂੰ ਆਪਣੇ ਰਾਈਟਸ ਪਤਾ ਆ, ਕਿੰਨੇ ਕੁ ਬੰਦੇ ਹੈਗੇ ਬਾਹਰ ਰੋਡ ਤੇ ਹੈਗੇ ਜਿਹਨਾਂ ਨੂੰ ਐਕਚੁਅਲ ਪਤਾ ਕਿ ਉਹਨਾਂ ਦਾ ਰਾਈਟਸ ਕੀ ਹੈਗਾ। ਠੀਕ ਹੈ ਨਾ। ਇੱਥੇ ਪ੍ਰੋਬਲਮ ਇਹ ਨਹੀਂ ਕਿ ਉਹ ਆਪਾਂ ਇਹ ਡਿਸਾਈਡ ਕਰੀਏ ਕਿ ਉਹ ਫਰੇਟ, ਮੈਂ ਡੈਫੀਨੇਟਲੀ ਅੰਡਰਸਟੈਂਡ ਕਰਦਾ ਉਹਨਾਂ ਦੀ ਗੱਲਬਾਤ, ਪਰ ਸਿਚੁਏਸ਼ਨ ਇਹ ਹੈਗੀ ਆ ਕਿ ਹਾਊ ਮੈਨੀ ਪੀਪਲ ਨੋ ਕਿ ਵਾਟ ਦੇਅਰ ਰਾਈਟਸ ਆਰ। ਕਿ ਤੁਹਾਨੂੰ ਜੇ ਪੁਲਿਸ ਵਾਲਾ ਆਉਂਦਾ ਆ ਤੇ ਤੁਹਾਨੂੰ ਆਣ ਕੇ ਜੇ ਕੋਈ ਗੱਲ ਕਹਿੰਦਾ ਆ, ਤੁਹਾਨੂੰ ਨਾਲ ਕੋਈ ਗੱਲ ਕਰਦਾ ਆ, ਤੁਸੀਂ ਉਹਨੂੰ ਕਿੱਥੋਂ ਕਿਸ ਹੱਦ ਤੱਕ ਜਿਹੜਾ ਆ ਉਹਨੂੰ ਤੁਸੀਂ ਟੇਕ ਕੇਅਰ ਕਰਨੀ ਹੈਗੀ ਆ, ਜਾਂ ਉੱਤੇ ਤੁਸੀਂ ਜਾਣਨਾ ਹੈਗਾ ਕੀ ਤੁਹਾਡੀ ਮਤਲਬ ਚੋਇਸ ਕੀ ਹੈਗੀ ਆ। ਇਹ ਤੁਸੀਂ ਆਪਣਾ ਨਾਕੇ ਲੈਂਦੇ ਆ ਜੇ ਦੇਖੋ ਨਾ, ਤੇ ਅਸੀਂ ਜਿਹੜਾ ਆਪਣਾ ਪੰਜਾਬੀ ਟਰੱਕਿੰਗ ਦੀ ਵੈਬਸਾਈਟ ਹੈਗੀ ਆ, ਉਹਦੇ ਤੇ ਸਿੱਖ ਕੋਲੀਸ਼ਨ ਦੇ ਨਾਲ ਮਿਲ ਕੇ ਅਸੀਂ ਇੱਕ ਕ੍ਰੀਏਟ ਕੀਤਾ ਸੀਗਾ ਪੇਜ। ਮੈਂ ਹੁਣ ਆਪਣੇ ਵਿੱਚ ਵੀ ਪਾਉਣਾ ਹੈ, ਆਪਣੇ ਫੇਸਬੁੱਕ ਦੇ ਉੱਤੇ ਵੀ। ਉਹਦੇ ਤੇ ਅਸੀਂ ਸਪੈਸ਼ਲ ਖਾਸ ਕਰਕੇ ਚੀਜ਼ ਦਿੱਤਾ ਕਿ ਟਰੱਕਰ ਨੋਜ਼ ਯੋਰ ਰਾਈਟ ਐਂਡ ਲੀਗਲ, ਕੀ ਤੁਹਾਡਾ ਲੀਗਲ ਰਾਈਟਸ ਹੈਗੇ ਆ, ਜੇ ਪੁਲਿਸ ਸਟਾਪ ਕਰਦੀ ਆ ਤੁਹਾਡਾ ਕੀ ਰਾਈਟਸ ਹੈਗੇ ਆ, ਜੇ ਇਮੀਗ੍ਰੇਸ਼ਨ ਸਟੇਟਸ ਦੇ ਲਈ ਸਟਾਪ ਕਰਦੀ ਕੀ, ਉਹ ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਵਿੱਚ ਤੁਹਾਡਾ ਜਿਹੜਾ ਉਹ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਤੁਹਾਡੇ ਰਾਈਟਸ ਕੀ ਹੈਗੇ ਆ। ਸੋ ਰੌਲਾ ਇਹ ਆ ਕਿ ਅਸੀਂ ਇੱਥੇ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਇਹ ਨਹੀਂ ਜਾਣਦੇ ਕਿ ਸਾਡਾ ਹੱਕ ਕੀ ਆ, ਔਰ ਅਸੀਂ ਲੈਂਗੁਏਜ ਇਸ਼ੂ ਜਿਹੜਾ ਆਉਂਦਾ ਆ ਉਹਦੇ ਕਰਕੇ ਮੈਂ ਤੁਹਾਨੂੰ ਇਹ ਗੱਲ 100% ਦੱਸਦਾ ਆ, 100%। ਸ਼ਿਪਿੰਗ ਕੰਪਨੀਆਂ ਦਾ ਵੀ ਕੋਈ ਮੰਤਵ ਨਹੀਂ ਗਾ ਕਿਸੇ ਨੂੰ ਖਰਾਬ ਕਰਨਾ। ਉਹ ਕੋਈ ਪਰਸਨਲ ਉੱਥੇ ਬੈਠਾ ਹੋ ਸਕਦਾ ਜਿਹੜਾ ਸ਼ਿਪਿੰਗ ਦੇ ਵਿੱਚ ਜਿਹਦੀ ਆਪਣੀ ਪਰਸਨਲ ਕੋਈ ਗਰਜ ਹੋਵੇ, ਪਰਸਨਲ ਕੋਈ ਪ੍ਰੋਬਲਮ ਹੋਵੇ, ਪਰ ਅਲਟੀਮੇਟਲੀ ਇੱਕ ਗੱਲ ਦੱਸੂਗਾ, ਜੇ ਤੁਸੀਂ ਇਹ ਚੀਜ਼, ਤੁਸੀਂ ਵੀ ਸਿਆਣੇ ਆ ਸਾਰੇ ਜਾਣੇ, ਮੇਰੇ ਤੋਂ ਸਿਆਣੇ ਆ, ਤੁਸੀਂ ਇਹ ਗੱਲ ਸੋਚ ਕੇ ਦੇਖੋ ਕਿ ਆਪਾਂ ਕਈ ਵਾਰੀ ਸਟੋਰ ਤੇ ਰਿਟਰਨ ਕਰਨ ਜਾਂਦੇ ਹਾਂ ਕਾਊਂਟਰ ਦੇ ਉੱਤੇ, ਆਪਾਂ ਜੇ ਕਾਊਂਟਰ ਵਾਲੇ ਨੂੰ ਸਹੀ ਢੰਗ ਨਾਲ ਦੱਸ ਨਹੀਂ ਪਾਉਂਦੇ ਕਿ ਆਪਾਂ ਕਿਸ ਰੀਜ਼ਨ ਕਰਕੇ ਰਿਟਰਨ ਕਰ ਰਹੇ ਹਾਂ, ਤੇ ਉੱਥੇ ਅੜਚਨ ਪੈਦਾ ਹੋ ਜਾਂਦੀ ਹੈ। ਰਾਈਟ ਵੇ। ਸੋ ਪ੍ਰੋਬਲਮ ਇਹ ਆ ਰਹੀ ਆ, ਪ੍ਰੋਬਲਮ ਹੈਗੀ ਆ ਕਿ ਆਰ ਵੀ ਏਬਲ ਟੂ ਐਕਸਪਲੇਨ ਆਵਰਸੈਲਫ। ਠੀਕ ਹੈ, ਆਰ ਵੀ ਏਬਲ ਟੂ, ਉੱਥੇ ਅਸੀਂ ਆਪਣਾ ਸਹੀ ਪੱਖ ਰੱਖ ਪਾ ਰਹੇ ਹਾਂ। ਤੁਸੀਂ ਕਹਿੰਦੇ ਆ, ਆਪਾਂ 100% ਕਹਿੰਦੇ ਆ, ਆਪਣਾ ਕਈ ਵਾਰੀ ਪੁਲਿਸ ਰਿਪੋਰਟ ਦੇ ਵਿੱਚ ਆਪਣੀ ਪ੍ਰੋਬਲਮ ਆਉਂਦੀ ਆ, ਆਪਾਂ ਸਮਝਾ ਨਹੀਂ ਪਾਉਂਦੇ, ਆਪਣੇ ਖਿਲਾਫ ਆ ਜਾਂਦੀ ਆ, ਟਿਕਟ ਮਿਲਦੀ ਆ ਆਪਣੇ ਖਿਲਾਫ ਆ ਜਾਂਦੀ ਆ, ਅਸੀਂ ਸਮਝਾ ਨਹੀਂ ਪਾ ਰਹੇ। ਇਹ ਚੀਜ਼ਾਂ ਜਿਹੜੀਆਂ ਆ ਇਹ ਬੇਸਿਕ ਤੋਂ ਸ਼ੁਰੂ ਹੁੰਦੀਆਂ। ਮੈਂ ਬਾਰ-ਬਾਰ ਉਹੀ ਗੱਲ ਕਰ ਰਿਹਾ ਕਿ ਬੇਸਿਕ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਨੂੰ ਅਣਗਹਿਲੀਆਂ ਕਰ ਰਹੇ ਹਾਂ, ਇਸ ਕਰਕੇ ਸਾਨੂੰ ਆਹ ਕੰਪਲੀਕੇਸ਼ਨਾਂ ਆ ਰਹੀਆਂ। ਇਹ ਕੰਪਲੀਕੇਸ਼ਨਾਂ ਸਟਾਰਟ ਹੁੰਦੀਆਂ ਸਾਡੇ ਬੇਸਿਕ ਲੈਵਲ ਤੋਂ। ਅੱਜ ਬੇਸਿਕ ਲੈਵਲ ਤੇ ਤੁਹਾਨੂੰ ਮੈਂ ਇਹ ਦੱਸਦਾ ਕਿ ਮੇਰਾ ਰੋਜ਼ ਦਾ ਮੇਰਾ ਇਹ ਇਸ ਵੇਲੇ ਕੰਮ ਹੈਗਾ ਕਿ ਜਿਹਦੇ ਵਿੱਚ ਲੋਕੀ, ਜਿਹਦੇ ਵਿੱਚ ਡਰਾਈਵਰ ਨੂੰ ਇਹ ਕਹੀਦਾ ਵੀ ਇਨੀਸ਼ੀਅਲ ਕਰ ਦਿਓ, ਉਹਨੂੰ ਇਹ ਨਹੀਂ ਪਤਾ ਵੀ ਇਨੀਸ਼ੀਅਲ ਕੀ ਹੁੰਦੇ ਆ। ਜੀ ਜੀ ਬਿਲਕੁਲ। ਸੋ ਐਜੂਕੇਸ਼ਨ ਲੈਣੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜਿਹੜੀ ਇਹ ਬੁੱਕ ਹੈਗੀ ਆ, ਜਿਹੜੀ ਅਮਰ ਭਾਜੀ ਹੁਣੀ ਦੱਸੀ ਆ, ਸਿੱਖ ਕੋਲੀਸ਼ਨ ਉਹਨਾਂ ਨਾਲ ਰਲ ਕੇ ਬਣਾਈ, ਇਹ ਹਰ ਇੱਕ ਟਰੱਕਰ ਦੇ ਟਰੱਕ ਦੇ ਵਿੱਚ ਹੋਣੀ ਚਾਹੀਦੀ, ਤੁਹਾਨੂੰ ਪੜ੍ਹਨੀ ਵੀ ਚਾਹੀਦੀ ਆ ਪਹਿਲਾਂ ਸਮਾਂ ਹੁੰਦਾ ਜਦੋਂ, ਤੇ ਪੰਜਾਬੀ ਚ ਵੀ ਆ, ਅੰਗਰੇਜ਼ੀ ਚ ਵੀ ਆ। ਬਿਲਕੁਲ। ਆਪਣਾ ਲਾਸਟ ਕਾਲ ਲੈਣੇ, ਫਿਰ ਸਮਾਪਤੀ ਆ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਸਨੀ।
ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਬਾਈ ਜੀ ਇੰਸ਼ੋਰੈਂਸ ਦੇ ਜੇ ਗੱਲ ਕਰਦੇ ਸੀਗੇ ਆਪਾਂ, ਇੰਸ਼ੋਰੈਂਸ ਦਾ ਚਾਹੇ ਬਾਈ ਜੀ 50 ਮਿਲੀਅਨ ਵੀ ਕਰ ਦੇਣ, ਜਿਨ੍ਹਾਂ ਨੇ ਡਰਾਈਵਰ ਦਾ ਨਾਂ ਹੀ ਨਹੀਂ ਪਵਾਉਣਾ ਉਹਨਾਂ ਨੂੰ ਕਿਹੜਾ ਕੋਈ ਫਰਕ ਪੈਣਾ, ਕਿਉਂਕਿ ਜਦੋਂ ਡਰਾਈਵਰ ਦਾ ਵਿਚਾਰੇ ਦੀ ਹੈਪਨ ਹੋ ਜਾਂਦਾ ਉਦੋਂ ਬਾਅਦ ਪਤਾ ਲੱਗਦਾ ਜੀ ਉਹਦਾ ਤਾਂ ਨਾਂ ਹੀ ਨਹੀਂ ਹੈਗਾ। ਮੈਂ ਬਾਈ ਜੀ ਇੱਕ ਜਿਹੜੇ ਪਹਿਲਾਂ ਬਾਈ ਕਾਲ ਕਰਕੇ ਗਏ ਸੀ ਨਾ ਆਪਣੀ ਇੰਸ਼ੋਰੈਂਸ ਦੀ ਗੱਡੀਆਂ ਦੀ ਵੀ ਵਧਣੀ ਚਾਹੀਦੀ ਆ, ਮੈਂ ਉਹਨਾਂ ਨਾਲ ਬਾਈ ਜੀ 100% ਅਗਰੀ ਆ, ਕਿਉਂਕਿ ਮੇਰੇ ਨਾਲ ਨਾ ਨਾਰਮਲ ਫੈਂਡਰ ਬੈਂਡਰ ਹੋਇਆ ਸੀਗਾ। ਜੇ ਮੈਂ ਫੋਟੋ ਵੀ ਦਿਖਾਵਾਂ ਨਾ ਬੰਦਾ ਦੇਖ ਕੇ ਹੱਸੂਗਾ। ਉਹ ਜਨਾਨੀ ਦੇ ਗੱਡੀ ਦੇ ਬੰਪਰ ਤੇ ਮਾੜੀ ਜਿਹੀ ਸਕ੍ਰੈਚ ਪਿਆ ਤੇ ਉਹਨੇ ਮੈਨੂੰ 3,60,000 ਦਾ ਸੂਹ ਕਰਤਾ ਮੇਰੇ ਤੇ। ਬੱਲੇ ਬੱਲੇ। ਉਹ ਤਾਂ ਮੇਰੇ ਕੋਲ ਹੁਣ ਚਲੋ ਇੰਸ਼ੋਰੈਂਸ ਵਧੀਆ ਸੀ, ਫਾਰਮਰ ਦੀ ਮੇਰੀ 5 ਲੱਖ ਤੱਕ ਕਵਰੇਜ ਸੀ। ਉਹ ਕਹਿੰਦੇ ਜੇ ਸਾਨੂੰ ਦੇਣਾ ਵੀ ਪਿਆ ਅੱਬਲਾ ਦਾ ਕਹਿੰਦੇ ਇਹ ਹੋਣਾ ਨਹੀਂ, ਮਾੜਾ ਮੋਟਾ ਜਿਹਾ ਲਊਗੀ, ਤੇ ਇਹ ਕਹਿੰਦੇ ਸਾਨੂੰ ਦੇਣਾ ਵੀ ਪਿਆ ਤਾਂ ਸਾਰਾ ਤੇਰਾ 100% ਕਵਰਡ ਆ। ਪਰ ਕਹਿਣ ਦੀ ਗੱਲ ਇਹ ਆ ਬਾਈ ਜੀ, ਹੁਣ ਜਿਵੇਂ ਆਪਾਂ ਤਾਂ ਇੰਸ਼ੋਰੈਂਸ ਵਧੀਆ ਲੈ ਲੈਂਦੇ ਆ ਹਨਾ, ਵੀ ਇੱਥੇ ਨਾ ਪ੍ਰੋਬਲਮ ਆਵੇ ਅੰਬਰੇਲਾ ਲੈ ਲਈ, ਪਰ ਜਿਹੜੇ ਹੁਣ ਕੈਲੀਫੋਰਨੀਆ ਦੇ ਵਿੱਚ ਬਾਕੀ ਜਿਹੜੇ ਲੋਕ 2-3 ਹਜ਼ਾਰ ਹੀ ਲਾਇਬਿਲਿਟੀ ਵਾਲੀਆਂ ਇੰਸ਼ੋਰੈਂਸਾਂ ਚੱਕੀ ਫਿਰਦੇ ਨੇ ਜਾਂ ਜਿਹੜੀਆਂ ਥਰਡ ਪਾਰਟੀ ਨੇ ਚੱਕੀ ਫਿਰਦੇ ਨੇ, ਉਹਨਾਂ ਦਾ ਵੀ ਬਾਈ ਜੀ ਟਾਈਟ ਹੋਣਾ ਚਾਹੀਦਾ, ਕਿਉਂਕਿ ਚਲੋ ਖਾਲਸਾ ਜੀ ਨੂੰ ਤਾਂ ਬਹੁਤ ਚਿਰ ਦਾ ਐਕਸਪੀਰੀਅੰਸ ਆ। ਹੁਣ ਬਾਈ ਜੀ ਮੇਰੀ ਨਾ ਮੋਟਰਸਾਈਕਲ ਦੀ ਇੰਸ਼ੋਰੈਂਸ ਆਟੋ ਰਨਿਊ ਤੇ ਸੀਗੀ, ਮੇਰਾ ਕ੍ਰੈਡਿਟ ਕਾਰਡ ਸਭ ਕੁਝ ਐਕਟਿਵ ਸੀਗਾ, ਤੇ ਉਹਨਾਂ ਨੇ ਮੇਰੀ ਗਾਈਕੋ ਨੇ ਜਾਣ ਕੇ ਆਪ ਹੀ ਇੰਸ਼ੋਰੈਂਸ ਚੱਕੀ ਨਹੀਂ, ਤੇ ਮੁੜ ਕੇ ਮੈਨੂੰ ਕਹਿੰਦੇ ਤੇਰੀ ਤਾਂ ਪੇਮੈਂਟ ਨਹੀਂ ਪ੍ਰੋਸੈਸ ਹੋਈ। 4 ਦਿਨਾਂ ਬਾਅਦ ਕਹਿੰਦੇ ਤੇਰੇ ਤਾਂ ਪਾਲਿਸੀ ਅਸੀਂ ਕੈਂਸਲ ਕਰਤੀ, ਕਹਿੰਦੇ ਦੁਬਾਰਾ ਲੈਣੀ ਪੈਣੀ ਆ। ਜਦੋਂ ਦੁਬਾਰਾ ਉਹੀ ਪਾਲਿਸੀ, ਕੋਈ ਟਿਕਟ ਨਹੀਂ, ਪਿਛਲੇ 8-9 ਸਾਲਾਂ 'ਚ ਸੇਮ ਪਾਲਿਸੀ ਸੇਮ ਕਵਰੇਜ ਐਗਜ਼ੈਕਟਲੀ 100% ਸੇਮ, ਮੈਨੂੰ 3 ਗੁਣਾ ਮਹਿੰਗੀ ਕਰਕੇ 4 ਦਿਨਾਂ ਬਾਅਦ ਵੇਚਣ ਦੀ ਟਰਾਈ ਕਰਦੇ ਸੀਗੇ। ਜਸਟ ਕਹਿੰਦੇ ਤੇਰੀ ਪੇਮੈਂਟ ਨਹੀਂ ਪ੍ਰੋਸੈਸ ਹੋਈ। ਮੈਂ ਉਹਦੇ ਕ੍ਰੈਡਿਟ ਕਾਰਡ ਵਾਲਿਆਂ ਨੂੰ ਕਾਲ ਕੀਤੀ, ਉਹ ਕਹਿੰਦੇ ਕੋਈ ਪੇਮੈਂਟ ਦੀ ਇੱਥੇ ਕੋਈ ਸਾਡੇ ਕੋਲ ਆਈ ਨਹੀਂ ਹੈਗੀ ਰਿਕੁਐਸਟ ਵੀ ਆ ਪੇਮੈਂਟ ਹੋਣੀ ਆ, ਵੀ ਮੇਰੀ ਤਾਂ ਆਟੋ ਪੇ ਸੈੱਟ ਸੀਗੀ। ਸੋ ਇਹ ਬਾਈ ਜੀ ਐਂਡ ਆਫ ਦਾ ਡੇ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਹੁਣ ਪੋਲੀਟੀਸ਼ੀਅਨਸ ਜਿਨ੍ਹਾਂ ਨੂੰ ਲੋਕ ਗੁਰਮਿੰਡੀ ਵਰਗੇ ਨੂੰ ਜਿਹੜੇ ਆਪਣੇ ਪੰਜਾਬੀ ਵੋਟ ਪਾਉਂਦੇ ਨੇ, ਐਂਡ ਤੇ ਜਾ ਕੇ ਜਦੋਂ ਆਪਣੇ ਖਿਲਾਫ ਹੀ ਖੜਦੇ ਨੇ ਨਾ, ਇਹਦਾ ਮੇਰੀ ਸੋਚ ਇਹ ਆ ਵੀ ਕੈਲੀਫੋਰਨੀਆ ਵਿੱਚ ਇੱਕ ਵਾਰੀ ਚੇਂਜ ਹੋਣੀ ਚਾਹੀਦੀ ਆ ਪੋਲੀਟੀਕਲ ਪਾਰਟੀ ਦੀ। ਇਹਨਾਂ ਨੂੰ ਪਤਾ ਚਾਹੇ ਇਹਨਾਂ ਨੂੰ ਕੁੱਟੋ ਮਾਰੋ ਜੋ ਮਰਜ਼ੀ ਕਰੋ, ਜਿੱਤਣਾ ਤਾਂ ਅਸੀਂ ਹੋਈ ਆ। ਜਿਹੜੇ ਬਲੂਜ਼ ਨੇ, ਮੈਂ ਵੀ ਪਹਿਲਾਂ ਵੋਟ ਪਾਈ ਆ ਬਲੂਜ਼ ਨੂੰ, ਮੈਂ ਇੱਥੇ ਕੋਈ ਪੋਲੀਟੀਕਲ ਨਹੀਂ ਦੇਣਾ ਚਾਹੁੰਦਾ, ਪਰ ਐਟਲੀਸਟ ਜਦੋਂ ਇਹਨਾਂ ਨੂੰ ਪਤਾ ਹੁੰਦਾ ਨਾ ਵੀ ਹਾਂ ਸਾਡੀ ਵੀ ਵਾਰੀ ਚੇਂਜ ਹੁੰਦੀ ਆ, ਫਿਰ ਆਪੇ ਇਹ ਆਪਣੇ ਹੱਕ ਲਈ ਕੰਮ ਕਰਦੇ ਨੇ। ਜਦੋਂ ਇਹਨਾਂ ਨੂੰ ਪਤਾ ਵੀ ਅਸੀਂ ਜਿੱਤ ਹੀ ਜਾਣਾ, ਕਿਸੇ ਨੇ ਕੁਝ ਚਾਹੇ ਕਿਸੇ ਨੂੰ ਕੁਝ ਕਰੀਏ, ਚਾਹੇ ਕਿਸੇ ਨੂੰ ਕੁਝ ਦਈਏ, ਚਾਹੇ ਕਿਸੇ ਦਾ ਹੱਕ ਦੀ ਗੱਲ ਕਰੀਏ, ਚਾਹੇ ਅਗੇਂਸਟ ਕਰੀਏ, ਸੋ ਬਾਈ ਜੀ ਉਦੋਂ ਕਿਸੇ ਨੂੰ ਫਰਕ ਨਹੀਂ ਪੈਂਦਾ ਪੋਲੀਟੀਸ਼ੀਅਨ ਨੂੰ। ਜੀ ਸੋ ਬਿਲਕੁਲ। ਹੁਣ ਮਾਰਚ ਮਹੀਨੇ 'ਚ ਪ੍ਰਾਇਮਰੀ ਆ ਰਹੀ ਆ, ਇਲੈਕਸ਼ਨਾਂ ਆਉਣੀਆਂ ਨਵੰਬਰ ਦੇ ਵਿੱਚ, ਸੋਚ ਕੇ ਪਾਓ। ਆ 553 ਬਿੱਲ ਵਾਲਾ ਉਹ ਦੇਖ ਲਓ ਕਿੰਨਾ ਰੌਲਾ ਪਾਇਆ ਆਪਾਂ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਹੜਾ ਜਿਹੜਾ ਕੈਲੀਫੋਰਨੀਆ ਦਾ ਸੈਨੇਟਰ ਜਾਂ ਅਸੈਂਬਲੀਮੈਨ ਤੁਹਾਡੇ ਹੱਕ ਸੀ ਜਾਂ ਅਗੇਂਸਟ ਸੀ। ਪਰ ਮੈਂ ਬਹੁਤ ਵਾਰ ਹੈਰਾਨ ਹੁੰਦਾ ਵੀ ਐਸੋਸੀਏਸ਼ਨਾਂ ਆਪਣੀ ਬਣਾ ਵੀ ਲੈਂਦੇ ਆ, ਫਿਰ ਉਹਨਾਂ ਦਾ ਜਿਹੜੇ ਲੀਡਰ ਉੱਦਾਂ ਦੇ ਹੁੰਦੇ ਆ, ਤੇ ਉਹ ਫਿਰ ਜਿਹੜੇ ਆ ਰਲ ਜਾਂਦੇ ਆ ਜਾ ਕੇ, ਤੇ ਪਤਾ ਹੀ ਨਹੀਂ ਹੁੰਦਾ ਕੌਣ ਹੈਗਾ ਆ ਇਹ ਐਕਟਿਵ। ਪਰ ਅਸੀਂ ਰੇਡੀਓ ਤੇ ਬਾਜਾ ਵਜਾਈ ਜਾਣਾ, ਅਸੀਂ ਸਾਰਿਆਂ ਨੂੰ ਸੁਚੇਤ ਕਰੀ ਜਾਣਾ ਭਾਈ ਆਹ ਹੋ ਰਿਹਾ ਆਹ ਕਰੋ। ਸੋ ਹੋਪਫੁਲੀ ਕਿਸੇ ਨਾ ਕਿਸੇ ਦੇ ਉੱਤੇ ਤਾਂ ਅਸਰ ਹੋਊਗਾ ਜੀ। ਥੈਂਕ ਯੂ ਜੀ ਰਮਨ ਜੀ, ਮਿਹਰਬਾਨੀ। ਹਰਜੋਤ ਜੀ ਮਿਹਰਬਾਨੀ ਜੀ। ਸਮਾਂ ਸਮਾਪਤ, ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।